ਬਾਬਾ ਜੀ ਬੇਨਤੀ ਹੈ ਵੀ ਸਿਮਰਨ ਕਰਦਿਆਂ ਕਰਦਿਆਂ ਆਵਾਜ਼ ਜਿਹੜੀ ਸ਼ਬਦ ਦੀ ਹੈ ਕਿਸੇ ਵੇਲੇ ਖੱਬੇ ਪਾਸੇ ਆਉਣ ਲੱਗ ਜਾਂਦੀ ਹੈ ਅਤੇ ਕਈ ਵਾਰੀ ਸਹੀ ਢੰਗ ਨਾਲ ਮੱਥੇ ਵਿੱਚ ਸੁਣਾਈ ਦਿੰਦੀ ਹੈ। ਭਾਈ ਸਾਹਿਬ ਤੁਸੀਂ ਨਾ ਖੱਬਾ ਸੱਜਾ ਦੇਖੋ, ਜੀ ਤੁਸੀਂ ਆਪਣਾ ਧਿਆਨ ਨਾ ਅੱਖਾਂ ਦੇ ਦਰਮਿਆਨ ਰੱਖ ਕੇ ਬਸ ਸਿਮਰਨ ਕਰੀ ਚੱਲੋ, ਜੀ ਉਹ ਆਪਣੇ ਆਪ ਸੈਂਟਰ ਹੋਣੀ ਸ਼ੁਰੂ ਹੋ ਜੂਗੀ। ਦੇਖੋ ਜਿੱਥੇ ਸ਼ਬਦ ਦਾ ਤਾਲੁਕ ਹੈ ਉਹ ਤਾਂ ਸਾਰੇ ਜਿਸਮ ਵਿੱਚ ਹੈ। ਜਿਸਮ ਦੇ ਕਿਸੇ ਹਿੱਸੇ ਵਿੱਚੋਂ ਵੀ ਮਾਲਿਕ ਸ਼ਬਦ ਵਾਪਸ ਬੁਲਾ ਲੂਗਾ, ਉਹ ਜਿਸਮ ਦਾ ਹਿੱਸਾ ਕੰਮ ਕਰਨਾ ਬੰਦ ਹੋ ਜਾਣਾ। ਸੋ ਆਪਾਂ ਉਹਨੂੰ ਚੈਨਲਾਈਜ਼ ਕਰਨਾ, ਉਹਨੂੰ ਫੋਕਸ ਕਰਨਾ। ਸੋ ਇਸ ਕਰਕੇ ਤੁਸੀਂ ਆਪਣਾ ਧਿਆਨ ਇੱਥੇ ਰੱਖ ਕੇ ਨਾ ਸਿਮਰਨ ਕਰੀ ਚੱਲੋ, ਉਹ ਆਪਣੇ ਆਪ ਸੈਂਟਰ ਹੋਣੀ ਸ਼ੁਰੂ ਹੋ ਜਾਊ। ਹਾਂ ਬਾਬਾ ਜੀ ਸ਼ਬਦ ਦੀ ਤਾਂ ਆਉਂਦੀ ਪਰ ਰੋਸ਼ਨੀ ਬਿਲਕੁਲ ਨਹੀਂ ਦਿਖਾਈ ਦਿੱਤੀ ਹਲੇ। ਬਾਬਾ ਜੀ ਤੁਹਾਡੀ ਦਇਆ ਮਿਹਰ ਉਹ ਚਾਹੀਦੀ। ਬੇਟਾ ਦੋਨੋਂ ਇੱਕੋ ਜਗ੍ਹਾ ਤੋਂ ਆਉਂਦੇ ਆ, ਰੋਸ਼ਨੀ ਵੀ ਆਉਂਦੀ ਹੈ, ਸ਼ਬਦ ਵੀ। ਜੀ ਕਿਸੇ ਨੂੰ ਪਹਿਲਾਂ ਸ਼ਬਦ ਸੁਣਾਈ ਦਿੰਦਾ, ਕਿਸੇ ਨੂੰ ਪਹਿਲਾਂ ਪ੍ਰਕਾਸ਼ ਆ ਜਾਂਦਾ ਹੈਗਾ। ਜੀ ਆਪਾਂ ਨਹੀਂ ਮੰਗਣਾ, ਆਪਾਂ ਬਹਿ ਕੇ ਬਸ ਹਜ਼ਮ ਕਰਨ ਦੀ ਕੋਸ਼ਿਸ਼ ਕਰਨੀ। ਠੀਕ ਹੈ ਜੀ। ਬਾਬਾ ਜੀ ਦੂਜੀ ਬੇਨਤੀ ਹੈ ਵੀ ਤੁਹਾਡੀ ਦਇਆ ਮੇਰੇ ਨਾਲ ਸੇਵਾ ਬਹੁਤ ਵਧੀਆ ਹਾਰਟੀਕਲਚਰ ਵਿੱਚ ਚੱਲ ਰਹੀ ਹੈ, ਸਟਾਫ ਵੀ ਬਹੁਤ ਵਧੀਆ ਹੈ, ਪਰ ਹੁਣ ਪਰਸਨਲ ਪ੍ਰੋਬਲਮ ਹੈ, ਫਿਜ਼ੀਕਲ ਕਿਡਨੀ ਦੀ ਪ੍ਰੋਬਲਮ ਹੈ ਬਾਬਾ ਜੀ। 7-8 ਸਾਲ ਤੋਂ ਚੱਲ ਰਹੀ ਹੈ, ਪਰ ਸਟੇਬਲ ਸੀ। ਬਿਆਸ ਹੌਸਪੀਟਲ ਦੀ ਟਰੀਟਮੈਂਟ ਚੱਲ ਰਹੀ ਹੈ, ਪਰ ਹੁਣ ਥੋੜ੍ਹੀ ਪੋਜੀਸ਼ਨਸ ਕਿਡਨੀ ਦੀ ਖਰਾਬ ਹੋ ਰਹੀ ਹੈ। ਬੇਟਾ ਉਮਰ ਦਾ ਤਕਾਜ਼ਾ ਹੁੰਦਾ, ਜਿਵੇਂ ਜਿਵੇਂ ਆਪਾਂ ਬਜ਼ੁਰਗ ਹੁੰਦੇ ਜਾਂਦੇ ਹਾਂ ਕੋਈ ਨਾ ਕੋਈ ਤਾਂ ਤੰਗ ਕਰੂਗਾ ਹੀ ਨਾ ਆਪਾਂ ਨੂੰ। ਸੋ ਆਪਾਂ ਨਹੀਂ ਹਿੰਮਤ ਛੱਡਣੀ, ਜਿੰਨਾ ਸੇਵਾ ਹੁੰਦੀ ਹੈ ਕਰੀ ਚੱਲੋ ਬਸ। ਥੈਂਕ ਯੂ ਸੋ ਮਚ, ਇੰਨਾ ਵਧੀਆ ਮੈਨੂੰ ਮੌਕਾ ਦਿੱਤਾ ਤੁਸੀਂ ਗੱਲ ਕਰਨ ਦਾ, ਇੰਨੇ ਵਧੀਆ ਪੇਰੈਂਟਸ ਦਿੱਤੇ, ਸਭ ਕੁਛ ਬਾਬਾ ਜੀ ਬਹੁਤ ਵਧੀਆ। ਥੈਂਕ ਯੂ ਸੋ ਮਚ। ਬਾਬਾ ਜੀ ਨਾਮਦਾਨ ਦੀ ਬਖਸ਼ਿਸ਼ ਕਰਿਓ ਅਤੇ ਇੰਨੀ ਕੁ ਕਿਰਪਾ ਕਰਿਓ ਕਿ ਹਾਂ ਜਿੱਦਾਂ ਸਾਡੇ ਮੰਮੀ ਡੈਡੀ ਤੁਹਾਡੇ ਲੜ ਲੱਗੇ, ਇੱਦਾਂ ਸਾਡੀ ਆਉਣ ਵਾਲੀਆਂ ਸਾਰੀਆਂ ਫੈਮਲੀਜ਼ ਤੁਹਾਡੇ ਲੜ ਲੱਗੀਆਂ ਰਹਿਣ ਅਤੇ ਇੱਦਾਂ ਹੀ ਸਾਡੇ 'ਤੇ ਕਿਰਪਾ ਬਣੇ ਰੱਖੇ। ਅਤੇ ਉਹਦੇ 'ਤੇ ਥੈਂਕ ਯੂ ਸੋ ਮਚ। ਅਤੇ ਬਾਬਾ ਜੀ ਇੱਕ ਮੇਰੇ ਵੀਰ ਟੈਨਸ਼ਨ ਲੈਂਦੇ ਨੇ, ਮੈਨੂੰ ਨਹੀਂ ਪਤਾ ਕਿਸ ਚੀਜ਼ ਦੀ ਟੈਨਸ਼ਨ ਉਹਨਾਂ ਨੂੰ। ਕਿ ਅੱਜ ਕੱਲ੍ਹ ਸਾਰਿਆਂ ਨੂੰ ਟੈਨਸ਼ਨ ਦੀ ਬੜੀ ਬਿਮਾਰੀ ਹੋ ਗਈ। ਕਿਸੇ ਦੀ ਭੈਣ ਦੀ ਟੈਨਸ਼ਨ ਹੈ, ਬੀਵੀ ਦੀ, ਪਤੀ ਦੀ। ਕਿਉਂ ਟੈਨਸ਼ਨ ਲੈਂਦੇ ਆ ਆਪਾਂ? ਬਾਬਾ ਜੀ ਪਤਾ ਨਹੀਂ, ਬਸ ਇਹ ਵਿਸ਼ਾ ਕਿ ਮੈਂ ਉਹਨਾਂ ਨੂੰ ਹੱਸਦਾ ਵੇਖਾਂ, ਜਦੋਂ ਵੇਖਾਂ ਹੱਸਦੇ ਦੇਖਾਂ। ਅਤੇ ਇੱਕ ਹੋਰ ਵਿਸ਼ੇ ਆ ਕਿ ਥੋੜ੍ਹੀ ਜਿਹੀ ਬਾਬਾ ਜੀ ਮੈਨੂੰ ਡਿਸੀਜ਼ ਦਿੱਤੀ ਹੋਈ ਸੀਗੀ, ਬਟ ਉਹ ਹੁਣ ਓਕੇ ਹੋ ਗਿਆ ਸਾਰਾ ਕੰਮ। ਅਤੇ ਮੇਰਾ ਹਾਲੇ ਡਿਗਰੀ ਵਗੈਰਾ ਸਭ ਕੁਛ ਕੰਪਲੀਟ ਹੋ ਗਿਆ। ਅਤੇ ਇੰਨੀ ਕੁ ਜ਼ਰੂਰੀ ਹਿੰਮਤ ਬਖਸ਼ੋ ਤਾਂ ਕਿ ਸਭ ਨੂੰ ਐਗਜ਼ਾਮਪਲ ਕ੍ਰੀਏਟ ਕਰ ਸਕਾਂ ਕਿ ਇੱਕ ਭਾਵੇਂ ਡਿਸੀਜ਼ ਹੋਵੇ, ਭਾਵੇਂ ਆਪਾਂ ਨੂੰ ਇੱਕ ਮਿਡਲ ਕਲਾਸ ਫੈਮਿਲੀ, ਬਟ ਕੁਛ ਬਣ ਕੇ ਦਿਖਾਵਾਂ, ਕੁਛ ਕਰਕੇ ਦਿਖਾਵਾਂ ਅਤੇ ਤੁਹਾਡਾ ਨਾਮ ਰੋਸ਼ਨ ਕਿ ਕਰਕੇ। ਦੇਖੋ ਆਪਾਂ ਨੂੰ ਕਮਜ਼ੋਰ ਨਹੀਂ ਪੈਣਾ ਚਾਹੀਦਾ, ਆਪਾਂ ਨੂੰ ਹਿੰਮਤ ਨਹੀਂ ਛੱਡਣੀ ਚਾਹੀਦੀ। ਠੀਕ ਹੈ ਨਾ? ਆਪਾਂ ਆਪਣੇ ਲਕਸ਼ ਨੂੰ ਸਾਹਮਣੇ ਰੱਖ ਕੇ ਮਿਹਨਤ ਕਰੀਏ, ਇਹਨਾਂ ਚੀਜ਼ਾਂ ਨੂੰ ਆਪਣੀ ਕਰਨੀ ਵਿੱਚ ਜ਼ਾਹਿਰ ਕਰੀਏ। ਅਸੀਂ ਹਿੰਮਤ ਛੱਡ ਕੇ ਬੈਠ ਜਾਂਦੇ ਹਾਂ। ਸੋ ਕਿਹੜੀ ਚੀਜ਼ ਹੈ ਜਿਹਦੇ 'ਚੋਂ ਇਨਸਾਨ ਨਿਕਲ ਨਹੀਂ ਸਕਦਾ? ਕਿਹੜਾ ਗੋਲ ਹੈ ਜਿਹਨੂੰ ਆਪਾਂ ਹਾਸਿਲ ਨਹੀਂ ਕਰ ਸਕਦੇ? ਘਬਰਾਉਣਾ ਨਹੀਂ ਚਾਹੀਦਾ, ਅਸੀਂ ਹਿੰਮਤ ਛੱਡ ਕੇ ਬੈਠ ਜਾਂਦੇ ਹਾਂ। ਸੋ ਆਪਣੇ ਵੱਲੋਂ ਪੂਰੀ ਮਿਹਨਤ ਕਰੋ, ਬਾਕੀ ਮਾਲਿਕ ਦੀ ਬਖਸ਼ਿਸ਼ ਹੈ ਬੇਟਾ। ਅਤੇ ਬਾਬਾ ਜੀ ਨਾਮਦਾਨ ਦੀ ਬਖਸ਼ਿਸ਼ ਕਰਿਓ ਜ਼ਰੂਰ, ਅਤੇ ਇੱਦਾਂ ਹੀ ਆਪਾਂ ਤੁਹਾਡੇ ਸਾਰੇ ਲੜ ਲੱਗੇ ਰਹੀਏ। ਥੈਂਕ ਯੂ ਸੋ ਮਚ। ਰਾਸੇ ਬਾਬਾ ਜੀ। ਬਾਬਾ ਜੀ ਹਜ਼ੂਰ ਫਰਮਾਇਆ ਕਰਦੇ ਸਨ ਕਿ ਆਪਾਂ ਕਠਪੁਤਲੀਆਂ, ਅਤੇ ਫਿਰ ਇੱਕ ਪਾਸੇ ਕੁਛ ਕਰਨ ਨੂੰ ਵੀ ਕਿਹਾ ਜਾਂਦਾ ਹੈ। ਇਹ ਦੋਨੋਂ ਗੱਲਾਂ ਪਰਸਪਰ ਵਿਰੋਧੀ ਕਈ ਵਾਰੀ ਪ੍ਰਤੀਤ ਹੁੰਦੀਆਂ ਨੇ। ਜੀਵ ਦਾ ਕੀ ਵੱਸ ਹੈਗਾ? ਬੇਟੇ ਵੀ ਅਵਸਥਾ ਦੀ ਗੱਲ ਹੈਗੀ ਹੈ। ਜੇ ਆਪਾਂ ਸੋਚੀਏ ਤਾਂ ਸਾਡੇ ਹੱਥ ਵਿੱਚ ਕੁਛ ਵੀ ਨਹੀਂ, ਔਰ ਜੇ ਸੋਚੀਏ ਅਸੀਂ, ਜੇ ਕਦਮ ਚੁੱਕਦੇ ਹਾਂ ਅਸੀਂ ਇਹੀ ਸੋਚ ਕੇ ਚੁੱਕਦੇ ਹਾਂ ਕਿ ਮੈਂ ਕਰ ਰਹੇ ਹਾਂ। ਸੋ ਜਦੋਂ ਅਸੀਂ ਮਨ ਔਰ ਮਾਇਆ ਤੋਂ ਅੱਗੇ ਚਲੇ ਗਏ ਤਾਂ ਸਾਨੂੰ ਪੂਰੀ ਤਰ੍ਹਾਂ ਅਹਿਸਾਸ ਹੁੰਦਾ ਕਿ ਸਾਡੇ ਵੱਸ ਵਿੱਚ ਕੁਛ ਨਹੀਂ, ਕਰਨ ਕਰਾਉਣ ਵਾਲਾ ਉਹ ਹੈ। ਮਗਰ ਇਸ ਵਕਤ ਅਸੀਂ ਸੋਚਦੇ ਹਾਂ ਕਿ ਅਸੀਂ ਕਦਮ ਚੁੱਕਣਾ, ਅਸੀਂ ਆਪਣੀ ਸੋਚ ਦੇ ਪਿੱਛੇ ਲੱਗ ਕੇ ਚੱਕਦੇ ਹਾਂ। ਜਦੋਂ ਤੋਂ ਸ੍ਰਿਸ਼ਟੀ ਵਿੱਚ ਆਏ ਹੈ ਆਪਣੀ ਚਾਹਤ ਨੂੰ ਜ਼ਿਆਦਾ ਮੰਨਿਆ, ਗਲਤ ਚੀਜ਼ਾਂ ਮੰਗ ਕੇ ਬੈਠ ਗਏ। ਇਸੇ ਕਰਕੇ ਅਸੀਂ ਇੱਥੇ ਆ ਕੇ ਫਸ ਕੇ ਕਰਮਾਂ ਦੇ ਜਾਲ ਵਿੱਚ। ਹੁਣ ਉਹਨੇ ਫੇਰ ਮੌਕਾ ਦਿੱਤਾ, ਚਾਹੀਦਾ ਤਾਂ ਇਹ ਹੈ ਕਿ ਉਹਦੇ ਹੁਕਮ ਵਿੱਚ ਰਹੀਏ। ਠੀਕ ਹੈ ਨਾ? ਮਗਰ ਇਨਸਾਨ ਫਿਰ ਆਪਣੀ ਚਾਹਤ ਅੱਗੇ ਰੱਖਦਾ ਹੈ, ਫਿਰ ਨਵੇਂ ਕਰਮਾਂ ਦਾ ਸਿਲਸਿਲਾ ਸ਼ੁਰੂ ਕਰ ਲੈਂਦਾ। ਸੋ ਉਹਨੇ ਬਾਰ-ਬਾਰ ਮੌਕਾ ਦੇ ਰਿਹਾ ਹੈ ਕਿ ਸਿੱਖਣ ਦਾ, ਕਿ ਅਸੀਂ ਉਹਦੇ ਭਾਣੇ ਵਿੱਚ ਰਹੀਏ, ਉਹਦੇ ਰਜ਼ਾ ਵਿੱਚ ਰਹੀਏ। ਔਰ ਜਿਵੇਂ ਜਿਵੇਂ ਉਹਦੀ ਰਜ਼ਾ ਵਿੱਚ ਰਵਾਂਗੇ ਫਿਰ ਉਹਦੀ ਜ਼ਿੰਮੇਵਾਰੀ ਬਣੂਗੀ। ਜੀ ਬਾਬਾ ਜੀ। ਹਾਂ ਬਾਬਾ ਜੀ, ਇਹ ਮਨ ਜਿਹੜਾ ਹੈ ਬੜੀ ਵੱਡੀ ਰੁਕਾਵਟ ਹੈ। ਇੱਕ ਕਦਮ ਅੱਗੇ ਚੱਲਦੇ ਹਾਂ, ਮਨ 4 ਕਦਮ ਫਿਰ ਪਿੱਛੇ ਸੁੱਟ ਦਿੰਦਾ। ਇਸ ਤਰ੍ਹਾਂ ਤਾਂ ਫਿਰ ਇਹ ਸਫ਼ਰ ਲੱਗਦਾ ਕਿ ਕਿਵੇਂ ਪੂਰਾ ਹੋਏਗਾ ਜੀ?
ਹੁਣ ਇਹ ਤਾਂ ਮਨ ਨੂੰ ਬਾਗੀ ਕਿਹਨੇ ਕੀਤਾ? ਅਸੀਂ ਕੀਤਾ, ਕਿਸੇ ਹੋਰ ਨੇ ਤਾਂ ਨਹੀਂ ਕੀਤਾ। ਅਸੀਂ ਉਨੇ ਆਸਾਨ ਤਰੀਕੇ ਦੇ ਨਾਲ ਸਹੀ ਕਦਮ ਚੁੱਕ ਸਕਦੇ ਹਾਂ ਜਿੰਨੇ ਆਸਾਨ ਤਰੀਕੇ ਦੇ ਨਾਲ ਆਪਾਂ ਗਲਤ ਕਦਮ ਚੁੱਕਦੇ ਹਾਂ। ਹੁਣ ਜੇ ਅਸੀਂ ਇਹੋ ਜਿਹੇ ਪ੍ਰਭਾਵ ਇਕੱਠੇ ਕਰ ਲਏ ਤਾਂ ਫਿਰ ਬੋਝ ਵੀ ਸਾਨੂੰ ਹੀ ਚੁੱਕਣਾ ਪਊਗਾ। ਹੁਣ ਇਹ ਸਾਡੇ ਹੱਥ ਵਿੱਚ ਹੈ ਕਿ ਸਾਰੀ ਉਮਰ ਕੋਈ ਹੋਰ ਘੰਟੀ ਵਜਾਊਗਾ ਔਰ ਅਸੀਂ ਭੱਜਾਂਗੇ, ਕਿ ਅਸੀਂ ਘੰਟੀ ਵਜਾਵਾਂਗੇ ਔਰ ਦੂਜੇ ਭੱਜਣਗੇ। ਹੁਣ ਗੁਲਾਮ ਤਾਂ ਅਸੀਂ ਬਣੇ ਆ ਨਾ ਜੀ। ਅਸੀਂ ਮਨ ਦੇ ਗੁਲਾਮ ਬਣ ਕੇ ਰਹਿ ਗਏ। ਅਸੀਂ ਉਹ ਬਾਗਡੋਰ ਆਪਣੇ ਹੱਥ ਵਿੱਚ ਲੈਣੀ ਹੈ। ਹੁਣ ਜੇ ਇਨਸਾਨ ਆਪਣਾ ਭਲਾ ਹੀ ਨਹੀਂ ਸੋਚ ਸਕਦਾ ਤਾਂ ਫਿਰ ਹੋਰ ਸਾਡਾ ਭਲਾ ਕੌਣ ਕਰੂਗਾ ਬੇਟਾ? ਜੀ। ਇਸੇ ਕਰਕੇ ਤਾਂ ਮਾਲਿਕ ਨੇ ਮੌਕਾ ਦਿੱਤਾ ਹੈ ਕਿ ਅਸੀਂ ਉਹਦੀ ਬਾਗਡੋਰ ਆਪਣੇ ਹੱਥ ਵਿੱਚ ਲਈਏ ਔਰ ਜਿਹੜਾ ਸਹੀ ਰਸਤਾ ਹੈ ਉਸ ਤਰਫ ਇਹਨੂੰ ਲੈ ਕੇ ਚੱਲੀਏ। ਇੱਕ ਬਾਬਾ ਜੀ, ਜਿੰਨੇ ਮਰਜ਼ੀ ਤੁਹਾਡੇ ਨੇੜੇ ਤੋਂ ਦਰਸ਼ਨ ਕਰ ਲਈਏ, ਮਨ ਰਾਜਧਾਨੀ ਕਰੇ ਜੀ, ਉਹ ਫਿਰ ਚਾਹਤ ਬਣੀ ਰਹਿੰਦੀ ਉਹ ਜੀ। ਬੇਟਾ ਪਿਆਰ ਤਾਂ ਜਿੰਨਾ ਆਪਾਂ ਕਰਾਂਗੇ ਨਾ ਉਨੀ ਇਹਦੀ ਚਾਹਤ ਵਧੂਗੀ। ਜੇ ਆਪਾਂ ਇਹ ਸੋਚੀਏ ਨਾ ਕਿ ਪਿਆਰ ਕਦੇ ਪੂਰਾ ਹੋ ਸਕਦਾ ਹੈ, ਕਦੇ ਨਹੀਂ ਪੂਰਾ ਹੋ ਸਕਦਾ। ਸੋ ਇਹ ਜਿਹੜੀ ਵਿਰਹ ਹੈ ਨਾ, ਇਹ ਤਾਂ ਵਧੂਗੀ। ਮਨ ਬੜਾ ਤਾਕਤਵਰ ਹੈ। ਜਿੰਨਾ ਚਿਰ ਇਹਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੁੰਦੀ, ਇਹ ਕੁਰਬਾਨੀ ਦੇਣ ਨੂੰ ਤਿਆਰ ਨਹੀਂ ਹੁੰਦਾ। ਸੋ ਇਹ ਮਾਲਿਕ ਦੀ ਬਖਸ਼ਿਸ਼ ਹੈ। ਜੇ ਉਹਨੇ ਬਖਸ਼ਿਸ਼ ਕੀਤੀ ਹੈ, ਇਹਦਾ ਫਾਇਦਾ ਉਠਾਈਏ ਬੇਟਾ। ਬਸ ਬਾਬਾ ਜੀ, ਭਜਨ ਸਿਮਰਨ ਦਾ ਬਲ ਬਖਸ਼ ਦਿਓ, ਆਪਣਾ ਪ੍ਰੇਮ ਪਿਆਰ ਬਖਸ਼ ਦਿਓ ਜੀ। ਮਿਹਰਬਾਨੀ, ਮੌਕਾ ਮਿਲਿਆ ਹੈ ਬਚਨ ਦਾ ਬੇਨਤੀ ਕਰਨ ਦਿਆ। ਮੇਰੀਆਂ ਬੇਵਕੂਫੀਆਂ, ਕਮਜ਼ੋਰੀਆਂ, ਪਾਪ ਔਰ ਗੁਨਾਹਾਂ ਨੂੰ ਆਪ ਨਜ਼ਰਅੰਦਾਜ਼ ਕਰਦੇ ਹੋਏ ਸੇਵਾ ਦਾ ਮੌਕਾ ਬਖਸ਼ਿਆ ਹੈ। ਮੈਂ ਆਪ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਐਸੀ ਬਖਸ਼ਿਸ਼ ਕਰੋ ਕਿਉਂਕਿ ਸੇਵਾ ਦੇ ਨਾਲ ਬਾਕੀ ਜੋ ਮਕਸਦ ਹੈ ਭਜਨ ਸਿਮਰਨ ਦਾ, ਉਹ ਵੀ ਮੈਂ ਪੂਰਾ ਕਰ ਸਕਾਂ ਔਰ ਆਪ ਦੀ ਖੁਸ਼ੀ ਲੈ ਸਕਾਂ। ਤੂੰ ਤਾਂ ਲੁਕਣ ਛਿਪੀ ਖੇਡਦਾ ਹੁੰਦਾ ਮੇਰੇ ਨਾਲ। ਹਾਂਜੀ। ਕਦੇ ਕਿਸੇ ਚੀਜ਼ ਦੇ ਪਿੱਛੇ ਲੁਕ ਗਿਆ, ਕਦੇ ਕਿਸੇ ਚੀਜ਼ ਦੇ ਪਿੱਛੇ ਲੁਕ ਗਿਆ। ਡਰ, ਪਾਪ ਔਰ ਗੁਨਾਹ ਪਿੱਛੇ ਡਰਾਉਂਦੇ ਸੀ। ਹੈਂ, ਡਰ ਲੱਗਦਾ ਮੇਰੇ ਤੋਂ? ਪਾਪਾਂ ਔਰ ਗੁਨਾਹਾਂ ਨੇ ਮੈਨੂੰ ਡਰਾਇਆ ਹੈ। ਉਸ ਤੋਂ ਮੈਂ ਡਰਦਾ ਨਹੀਂ। ਜੇ ਡਰਦਾ ਹੁੰਦਾ ਤਾਂ ਹਰੇਕ ਜਗ੍ਹਾ ਤੇ ਕਿਵੇਂ ਪਹੁੰਚ ਜਾਂਦਾ? ਉਹ ਸਭ ਬਖਸ਼ਿਸ਼ ਹੈ। ਹੈਂ? ਉਹ ਸਭ ਬਖਸ਼ਿਸ਼ ਹੈ ਹਜ਼ੂਰ ਮਹਾਰਾਜ ਜੋ। ਉਹ ਇਹ ਕਲਯੁੱਗ ਹੈ। ਕਲਯੁੱਗ ਵਿੱਚ ਬਖਸ਼ਿਸ਼ ਮੈਨੂੰ ਮੰਗਣੀ ਪਊਗੀ। ਉਹ ਭਲੇ ਮਾਨਸੋ ਭਜਨ ਸਿਮਰਨ ਕਰ ਲੋ, ਨਹੀਂ ਤਾਂ ਮੇਰਾ ਛੁਟਕਾਰਾ ਨਹੀਂ ਹੋਣਾ। ਇਹ ਬਖਸ਼ਿਸ਼ ਹੈ ਜਿਹੜੀ ਪਹੁੰਚਾ ਦਿੰਦੀ। ਮੇਰੇ 'ਚ ਕੋਈ ਔਕਾਤ ਨਹੀਂ ਹੈ। ਕੋਈ ऐसी दया मेरे घरों पर इंसान बन सके। राजस्वामी बाबा जी मुझे नामदान लिए हुए 11 साल हो गए हैं। तो शुरू में मेरे से कुछ गलती हो गई थी, तो वो गलती मुझे अभी भी सताती है। और जब मैं कभी भजन में भी कभी इतना परेशान करती है तो मैं बहुत परेशान हो जाता हूँ। ਬੇਟਾ ਗਲਤੀਆਂ ਵੀ ਆਪਾਂ ਹੀ ਕਰਨੀਆਂ, ਕਿਸੇ ਹੋਰ ਨੇ ਤਾਂ ਨਹੀਂ ਕਰਨੀਆਂ। ਇਨਸਾਨ ਤਾਂ ਹੈ ਹੀ ਗਲਤੀਆਂ ਦਾ ਪੁਤਲਾ। ਮਗਰ ਗਲਤੀ ਕਰਕੇ ਜੇ ਸਿੱਖਾਂਗੇ, ਉਸ ਚੀਜ਼ ਨੂੰ ਆਪਣੀ ਕਰਨੀ ਵਿੱਚ ਜ਼ਾਹਰ ਕਰਾਂਗੇ, ਮਾਲਿਕ ਦੀ ਬਖਸ਼ਿਸ਼ ਹੀ ਬਖਸ਼ਿਸ਼ ਹੈ ਬੇਟਾ। सो उस वक़्त देखो ये मन की चाल है कि हर वक़्त कोई ना कोई चीज़ हमारे सामने रख के हमें भजन सिमरन से हटाने की कोशिश करे। आप करते जाओ, उस वक़्त ध्यान लगा के करते जाओगे, अपने आप मालिक बख्शिश करेंगे। जी बाबा जी, अगर हम किसी से प्यार करते हैं और उसको हम वर्ड्स में एक्सप्लेन नहीं करते, उसको प्यार तो कभी भी एक्सप्लेन नहीं कर और वो हमारे प्यार को नहीं समझता, तो क्या शब्दों में बताना ज़रूरी है? बेटा सच्चा प्यार कोई समझ ही नहीं सकता। असी तो जिस्मानी प्यार करते हैं, जो असल प्यार है वो लफ्ज़ों के दायरे में नहीं आ सकता। आप लफ्ज़ इस्तेमाल करेंगे, उसका दायरा ही छोटा करके बैठ जाएंगे बेटा। जी। जो गहराई प्यार की होती है वो लफ्ज़ों में नहीं बयान की जा सकती। ਬਾਬਾ ਜੀ, ਆਮ ਤੌਰ 'ਤੇ ਸਤਸੰਗਾਂ 'ਤੇ ਕਿਹਾ ਜਾਂਦਾ ਹੈ ਕਿ ਜਦੋਂ ਸਤਿਗੁਰ ਨਾਮਦਾਨ ਦਿੰਦੇ ਆ ਤੇ ਜੀਵ ਨੂੰ ਨਾਮ ਦੇ ਨਾਲ ਜੋੜ ਦਿੰਦੇ ਆ, ਲੇਕਿਨ ਜੀਵ ਨੂੰ ਪਤਾ ਨਹੀਂ ਚੱਲਦਾ ਕਿ ਵੀ ਉਹ ਜੁੜਿਆ ਹੈ ਕਿ ਨਹੀਂ। नहीं बेटा, जुड़े तो आप जदों तो इंसान का जामा लिता है, जदों भी सृष्टि च आए हैं उदों तो जुड़े हुए हैं। बाणी च आपां पढ़ते हैं ना, आत्म में राम, राम में आत्म, चीनस गुर विचारा। कि आत्मा विच परमात्मा है, परमात्मा विच साडी आत्मा है, मगर इस भेद नूं असीं पहचान नहीं पाए। सो आत्मा तो है ही परमात्मा का हिस्सा बेटा। सो ये भजन सिमरन साडे अंदरों जागृता लियाण वास्ते है कि असीं उस चीज़ नूं पहचान सकीए।
ਹੁਣ ਸਾਡੇ ਅੱਖਾਂ ਦੇ ਉੱਤੇ ਮਾਇਆ ਦਾ ਪਰਦਾ ਛਾਇਆ ਹੋਇਆ ਹੈ, ਅਸੀਂ ਸਾਰੀਆਂ ਚੀਜ਼ਾਂ ਦੀ ਪਰਖ ਮਾਇਆ ਦੇ ਜ਼ਰੀਏ ਕਰਦੇ ਹਾਂ। ਹੁਣ ਭਜਨ ਸਿਮਰਨ ਕਰਾਂਗੇ ਤਾਂ ਆਪਣੇ ਆਪ ਜਾਗਰਤਾ ਆਊਗੀ ਬੇਟਾ। ਆਪਾਂ ਕਿਉਂ ਪ੍ਰਕਾਸ਼ ਨੂੰ ਚਾਹੁੰਦੇ ਹਾਂ? ਕਿਉਂਕਿ ਦੇਖੋ ਅੰਧੇਰਾ ਔਰ ਪ੍ਰਕਾਸ਼ ਇਹ ਸਿੰਬੋਲਿਕ ਚੀਜ਼ਾਂ ਹੈ। ਅੰਧੇਰੇ ਵਿੱਚ ਕੁਝ ਦਿਖਾਈ ਨਹੀਂ ਦਿੰਦਾ, ਪ੍ਰਕਾਸ਼ ਵਿੱਚ ਦਿਖਾਈ ਦਿੰਦਾ ਹੈ। ਸੋ ਇਸ ਕਰਕੇ ਪ੍ਰਕਾਸ਼ ਜਾਗਰਤਾ ਹੈ ਔਰ ਅੰਧੇਰੇ ਵਿੱਚ ਅਸੀਂ ਭਟਕ ਰਹੇ ਹਾਂ। ਦੂਸਰਾ ਕੁਐਸਚਨ ਮੇਰਾ ਇਹ ਹੈ ਜੀ ਕਿ ਆਮ ਤੌਰ 'ਤੇ ਸਤਸੰਗ 'ਚ ਕਹਿੰਦੇ ਨੇ ਕਿ ਪਰਮਾਤਮਾ ਰੂਪੀ ਸਮੁੰਦਰ ਦੇ ਵਿੱਚ ਸੰਤ ਸਤਿਗੁਰ ਜਿਹੜੇ ਹੁੰਦੇ ਉਹਨਾਂ ਦੀ ਲਹਿਰਾਂ ਹੁੰਦੇ, ਲੇਕਿਨ ਸੰਤ ਸਤਿਗੁਰ ਕਦੀ ਜ਼ਾਹਰ ਨਹੀਂ ਹੁੰਦੇ। ਬੇਟਾ ਆਪਾਂ ਸਾਰੇ ਹੀ ਸਤਨਾਮ ਸਮੁੰਦਰ ਦੇ ਕਤਰੇ हैं, ਸਿਰਫ ਸੰਤ ਸਤਿਗੁਰੂ ਨਹੀਂ, ਸਾਰੇ ਹੀ। ਆਪਾਂ ਇਸ ਵਕਤ ਆਪਣੇ ਆਪ ਨੂੰ ਜਿਸਮ ਦੇ ਦਾਇਰੇ ਵਿੱਚ ਦੇਖਦੇ ਹਾਂ, ਕਿਉਂਕਿ ਜਿਸਮ ਹੈਗਾ, ਇਸ ਕਰਕੇ ਆਪਾਂ ਸਮਝਦੇ ਹਾਂ ਕਿ ਅਸੀਂ ਮਾਲਕ ਤੋਂ ਅਲੱਗ ਹੈ। ਮਗਰ ਜਿਸ ਵਕਤ ਆਪਣੀ ਪਹਿਚਾਨ ਆਪਾਂ ਉਸ ਆਤਮਾ ਦੇ ਨਾਲ ਜੋੜਾਂਗੇ, ਆਪਣੇ ਆਪ ਅਹਿਸਾਸ ਹੋਊਗਾ ਕਿ ਸਾਡੇ ਔਰ ਮਾਲਿਕ ਵਿੱਚ ਕੋਈ ਫਰਕ ਨਹੀਂ ਗਾ। ਸੋ ਇਸ ਕਰਕੇ ਇਹ ਦਰਜਾ ਸਿਰਫ ਸੰਤਾਂ ਨੂੰ ਨਹੀਂ, ਸਾਰਿਆਂ ਨੂੰ ਮਿਲਿਆ ਹੋਇਆ ਹੈ। ਭੀਖਾ ਭੂਖਾ ਕੋ ਨਹੀਂ, ਸਭ ਕੀ ਗਠੜੀ ਲਾਲ, ਗਿਰਹਿ ਕੋਲ ਨਹੀਂ ਜਾਣਤੇ ਤਾਤੇ ਵਏ ਕੰਗਾਲ। ਸੋ ਪਹਿਚਾਨ ਦੀ ਗੱਲ ਹੈ, ਰਿਅਲਾਈਜ਼ੇਸ਼ਨ ਦੀ ਗੱਲ ਹੈ ਬੇਟਾ। ਦਇਆ ਮੇਰੇ ਕੋਲ ਬਾਬਾ ਜੀ 2 ਵਜੇ ਉੱਠਦੇ ਆ ਤੇ ਜਦੋਂ ਬੈਠਦੇ ਥੋੜੀ ਦੇਰ ਬਾਅਦ ਫਿਰ ਨੀਂਦ ਆ ਜਾਂਦੀ ਹੈ। ਬੇਟਾ ਜ਼ਰੂਰੀ ਨਹੀਂ ਕਿ ਆਪਾਂ ਸਿਰਫ 2 ਵਜੇ ਹੀ ਉੱਠਣਾ ਹੈ, ਠੀਕ ਹੈ ਨਾ, ਕਿ ਸ਼ੁਰੂਆਤ ਭਜਨ ਬੰਦਗੀ ਦੇ ਨਾਲ ਕਰੀਏ, ਕਿਉਂਕਿ ਉਸ ਵਕਤ ਮਨ ਵਿੱਚ ਤਾਜ਼ਗੀ ਹੁੰਦੀ ਹੈਗੀ ਹੈ। ਉਹਦੇ ਨਾਲ ਸ਼ੁਰੂਆਤ ਕਰਾਂਗੇ ਤਾਂ ਧਿਆਨ ਲਗਾਉਣਾ ਵੀ ਸੌਖਾ ਹੋ ਜਾਊਗਾ। ਹੁਣ ਜੇ ਆਪਾਂ ਕੰਮਕਾਜ 9 ਵਜੇ ਸ਼ੁਰੂ ਕਰਨਾ ਹੈਗਾ, ਆਪਾਂ ਨੂੰ ਘੰਟਾ 1.5 ਘੰਟਾ ਲੱਗਦਾ ਹੈ ਤਿਆਰ ਹੋਣ ਵਿੱਚ, ਠੀਕ ਹੈ ਨਾ। ਚਲੋ ਸ਼ੁਰੂ ਕਰ ਲਓ ਕਿ 7 ਵਜੇ, 7 ਵਜੇ ਤੋਂ 2.5 ਘੰਟੇ ਪਿੱਛੇ ਲੈ ਜਾਓ ਤੁਸੀਂ 5 ਵਜੇ ਜਾਂ 4:30 ਵਜੇ। ਸੋ ਜ਼ਰੂਰੀ ਨਹੀਂ ਕਿ ਉਦੋਂ ਉੱਠਣਾ ਹੈ, ਨੀਂਦ ਵੀ ਪੂਰੀ ਚਾਹੀਦੀ ਹੈ। ਤਾਂ ਉਸ ਹਿਸਾਬ ਦੇ ਨਾਲ ਆਪਣਾ ਪ੍ਰੋਗਰਾਮ ਬਣਾ ਲਓ ਕਿ ਦਿਨ ਦੀ ਸ਼ੁਰੂਆਤ ਭਜਨ ਸਿਮਰਨ ਦੇ ਨਾਲ ਕਰੀਏ। बाबा जी मैं बहुत खुश हूँ और खुश भी रहती हूँ। डेरा हॉस्पिटल, नेचर क्योर, ब्यास हॉस्पिटल मेरे को बहुत प्यार करती है और इसकी सारा डेरा बहुत प्यार करता है। मैं बहुत खुश हूँ, मेरी कोई शिकायत नहीं। कोई तो शिकायत हो नहीं, थोड़ी जी, बहुत प्यार करती है सब। और डेरा आप भी बहुत प्यार करते हैं। आप फिर पहले हैं जो कहते हैं कि सभी मेरे से प्यार करते हैं और किसी को कोई गिला शिकवा नहीं यहाँ पे। आपने यही सिखाया कि खुश रहो। हाँ। और शुक्र शुक्र ਉਹ शुक्र ਮੈਂ ਤਾਂ शुक्र। ਬਹੁਤ ਸਿਖਾਉਂਦਾ ਪਰ ਸਿੱਖਦਾ ਕੋਈ ਨਹੀਂ ਨਾ। ਚਲੋ ਇੱਕ ਤਾਂ ਹੈ ਜਿਹਨੇ ਸਿੱਖ ਲਿਆ। करना ही चाहिए बाबा जी। भजन से मतलब चलो अपना अपना सब करते हैं, लेकिन खुश भी रहना चाहिए और शुक्र भी करना चाहिए। ਬਹੁਤ ਚੰਗਾ, थैंक यू बाबा जी, ਥੈਂਕ ਯੂ ਬੇਟਾ। बहुत अच्छा मौका दिया आपने। सच्चे पातशाह जियो बिन तुद होर कुछ मंगना, दुख सुखां दे दुख दियो दर्श सुख दात्या, मेरी उतरे मन दी भुख। सच्चे पातशाह मैं तुहाडी अख दी बहुत आशिक हाँ। एक बारी अख वेख के बार बार अंदरों भी ते बाहरों भी 24 घंटे इक्को लटक लगी रहिंदी है। अंदरों भी वेखां बाहरों भी वेखां। ਬੇਟਾ ਲਫ਼ਜ਼ਾਂ ਦੇ ਨਾਲ ਨਹੀਂ ਇਹ ਚੀਜ਼ਾਂ ਮੰਗਣੀਆਂ, ਕਰਨੀ ਦੇ ਨਾਲ ਮੰਗਣੀਆਂ ਹੈਗੀਆਂ। ਅਸੀਂ ਸਾਰਾ ਕੁਝ ਲਫ਼ਜ਼ਾਂ ਦੇ ਦਾਇਰੇ ਵਿੱਚ ਜਾਂ ਜਿਸਮਾਨੀ ਦਾਇਰੇ ਵਿੱਚ ਰੱਖਦੇ ਹਾਂ, ਇਸੇ ਕਰਕੇ ਉਸ ਚੀਜ਼ ਦੇ ਵਾਸਤੇ ਭਟਕ ਰਹੇ ਹਾਂ। ਉਹੀ ਜਿੰਨਾ ਆਪਾਂ ਬਾਹਰ ਦੇ ਸਰੂਪ ਵਾਸਤੇ ਜਾਂ ਬਾਹਰਲੀਆਂ ਗੱਲਾਂ ਵਿੱਚ ਧਿਆਨ ਲਗਾਇਆ, ਜੇ ਅੰਦਰ ਲਗਾਇਆ ਹੁੰਦਾ ਤਾਂ ਹੁਣ ਤੱਕ ਕਿਤੇ ਤੇ ਕਿਤੇ ਪਹੁੰਚੇ ਹੁੰਦੇ। जी दादा सच्चे पातशाह बहुत खुश रखा, बहुत दया की, अपने चरणों च रखा। शक्ति भक्ति तंदुरुस्ती दे ही रखना दाता, ताकि मैं भजन सिमरन नूं पूरा टाइम सेवा नूं दे सकां। थैंक यू दाता जी। ਰਾਜਸਥਾਨ ਬਾਬਾ ਜੀ ਜਦੋਂ ਸਿਮਰਨ ਦੇ ਆਸਨ ਤੇ ਬੈਠਨੇ ਆ, ਆਪਣਾ ਜੋ ਸਮਝਾਇਆ ਗਿਆ ਆਸਨ ਸਾਨੂੰ ਕੁਝ ਟਾਈਮ ਬਾਅਦ ਹੀ ਅਸੀਂ ਆਸਨ ਗਰਦਨ ਨੀਚੇ ਹੋ ਜਾਂਦੀ ਹੈ ਜਾਂ ਕੁਝ ਟਾਈਮ ਬਾਅਦ ਆਸਨ ਉਹ ਨਹੀਂ ਬਣਾ ਪਾਉਂਦੇ ਤੇ ਬਾਅਦ 'ਚ ਨਾ ਬੜੀ ਗਿਲਟੀ ਜੀ ਫੀਲ ਹੁੰਦੀ ਹੈ ਬਈ। ਨਹੀਂ, ਕਾਹਦੇ ਵਾਸਤੇ, ਕਾਹਦੇ ਵਾਸਤੇ? ਤੁਸੀਂ ਆਪਣਾ ਸਿਮਰਨ ਕਰੀ ਚੱਲੋ। ਮਕਸਦ ਤਾਂ ਇਹ ਹੈ ਕਿ ਜਿਸਮ ਤੋਂ ਉੱਤੇ ਉੱਠਣਾ। ਹੁਣ ਜਿਵੇਂ ਜਿਵੇਂ ਜਿਸਮ ਤੋਂ ਉੱਤੇ ਉੱਠੋਗੇ
ਸ਼ੁਰੂ ਵਿੱਚ ਤਾਂ ਇਹ ਭਾਵੇਂ ਅੰਗ ਹੈਗੇ ਹੈ, ਬਾਂਹ ਢਿੱਲੀ ਹੋ ਜੂਗੀ, ਗਰਦਨ ਨੀਚੇ ਗਿਰ ਜੂਗੀ, ਜੋ ਵੀ ਹੈ। ਤੁਸੀਂ ਬੱਚਿਆਂ ਨੂੰ ਕਦੇ ਦੇਖੋ ਜਦੋਂ ਟੀਵੀ ਦੇਖਦੇ ਹੁੰਦੇ ਆ, ਕਾਰਟੂਨ ਦੇਖਦੇ ਹੁੰਦੇ ਆ, ਉਹਨੂੰ ਦੇਖਿਆ ਕਦੇ ਕਦੇ ਕਿਸੇ ਤਾਂ ਐਂ ਹੋਇਆ ਹੁੰਦਾ, ਕਦੇ ਕੁਛ ਹੋਇਆ ਹੁੰਦਾ ਹੈਗਾ। ਸੋ ਫੋਕਸ ਦੀ ਗੱਲ ਹੈ ਬੇਟਾ, ਆਪਣਾ ਧਿਆਨ ਤੁਸੀਂ ਅੱਖਾਂ ਦੇ ਪਿੱਛੇ ਟਿਕਾਓ। ਕੀ ਫਰਕ ਪੈਂਦਾ ਗਰਦਨ ਅੱਗੇ ਆ, ਪਿੱਛੇ ਆ, ਉੱਤੇ ਆ, ਨੀਚੇ ਆ। ਦੂਸਰਾ ਬਾਬਾ ਜੀ, ਜਦੋਂ ਕੋਈ ਲਾਈਫ ਵਿੱਚ ਐਸੀ ਕੋਈ ਪ੍ਰੋਬਲਮ ਆ ਜਾਏ ਜਾਂ ਉਹ ਅਨਹੋਣੀ ਹੋ ਜਾਏ ਤਾਂ ਉਸ ਦਿਨ ਬਿਲਕੁਲ ਮਨ ਲੱਗਦਾ ਨਹੀਂ ਸਿਮਰਨ 'ਤੇ, ਜਾਂ ਉਹ ਬਿਲਕੁਲ ਮਾਈਂਡ ਅਪਸੈਟ ਜਿਹਾ ਰਹਿੰਦਾ ਬੜਾ। ਜਿੱਦਣ ਤੁਸੀਂ ਬਿਮਾਰ ਹੁੰਦੇ ਹੋ, ਕੋ ਮੈਂ ਉਦੋਂ ਨਹੀਂ ਮੈਂ ਦਵਾਈ ਖਾਣੀ, ਉਦੋਂ ਤਾਂ ਜਦੋਂ ਸਗੋਂ ਦਵਾਈ ਖਾਣ ਦੀ ਲੋੜ ਹੈ ਨਾ। ਜੀ ਜੀ। ਭਜਨ ਸਿਮਰਨ ਕਰਾਂਗੇ ਤਾਂ ਰਾਹਤ ਮਿਲੂਗੀ, ਤਾਂ ਹਿੰਮਤ ਮਿਲੂਗੀ। ਔਰ ਅਸੀਂ ਸੋਚਦੇ ਹਾਂ ਕਿ ਅੱਜ ਮੈਂ ਕਰਨਾ ਨਹੀਂਗਾ, ਤੇ ਫਿਰ ਇਹ ਤਾਂ ਉਲਟੀ ਗੰਗਾ ਹੋ ਗਈ ਨਾ। ਜੀ। ਉਦੋਂ ਤਾਂ ਸਗੋਂ ਜ਼ਿਆਦਾ ਕਰਨਾ ਚਾਹੀਦਾ ਆਪਾਂ ਨੂੰ। ਜੀ ਬਾਬਾ ਜੀ, ਥੈਂਕ ਯੂ ਬਾਬਾ ਜੀ, ਸ਼ੁਕਰ ਕਰਨ ਦਾ ਸਭ ਬੱਬਲ ਬਖਸ਼ ਰਾਜ। ਥੈਂਕ ਯੂ ਬਾਬਾ ਜੀ, ਤੁਸੀਂ ਮੈਨੂੰ ਇਹ ਓਪਰਚੁਨਿਟੀ ਦਿੱਤੀ। ਬਾਬਾ ਜੀ ਤੁਸੀਂ ਮੇਰੇ 'ਤੇ ਸ਼ੁਰੂ ਤੋਂ ਦਇਆ ਮਿਹਰ ਕੀਤੀ ਹੋਈ ਹੈ। ਬਾਬਾ ਜੀ ਮੇਰਾ ਪਹਿਲਾ ਸਵਾਲ ਇਹ ਹੈ ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਅਸੀਂ ਆਪਣੀ ਮਰਜ਼ੀ ਨਾਲ ਕਿਤੇ ਜਨਮ ਨਹੀਂ ਲੈ ਸਕਦੇ, ਸਾਨੂੰ ਪਰਮਾਤਮਾ ਹੀ ਹੈ ਜੋ ਜਿੱਥੇ ਹੀ ਭੇਜ ਸਕਦੇ ਆ। ਅਤੇ ਕਈ ਦੁਨੀਆ 'ਚ ਇਹੋ ਜਿਹੀ ਜਗ੍ਹਾ ਹੈਗੀਆਂ ਜਿੱਥੇ ਪਰਮਾਤਮਾ ਦਾ ਕੋਈ ਨਾਮ ਨਹੀਂ ਲੈਂਦੇ ਜਾਂ ਮਾਸ ਮੱਛੀ ਖਾਂਦੇ ਨੇ, ਅਤੇ ਫਿਰ ਉਹਨਾਂ ਦਾ ਤਾਂ ਇਹ ਮਨੁੱਖੀ ਜਨਮ ਵੇਸਟ ਹੋ ਗਿਆ। ਬੇਟਾ ਵੇਸਟ ਕੁਛ ਨਹੀਂ ਹੁੰਦਾ। ਆਪਾਂ ਜਿੱਥੇ ਵੀ ਜਨਮ ਲਿੱਤਾ ਹੈ, ਮਾਲਿਕ ਨੇ ਕਰਮਾਂ ਕਰਕੇ ਦਿੱਤਾ ਜਨਮ। ਹੁਣ ਜਿਹੋ ਜਿਹੇ ਕਰਮ ਹੈ ਉਹਨਾਂ ਦਾ ਹਿਸਾਬ ਕਿਤਾਬ ਤਾਂ ਦੇਣਾ ਹੀ ਹੈ। ਜੇ ਤੁਸੀਂ ਪਹਿਲਾਂ ਇੱਕ ਨੈਗੇਟਿਵ ਜ਼ਿੰਦਗੀ ਜੀ ਹੈ ਤਾਂ ਫਿਰ ਇਹੋ ਜਿਹੇ ਮਾਹੌਲ 'ਚ ਹੀ ਜਾ ਕੇ ਜਨਮ ਮਿਲੂਗਾ। ਪੋਜ਼ੀਟਿਵ ਹੈਗੀ ਹੈ, ਪਹਿਲਾਂ ਤੋਂ ਹੀ ਸੰਬੰਧ ਮਾਲਿਕ ਨਾਲ ਜੁੜਿਆ ਹੋਇਆ ਹੈ, ਤਾਂ ਚੰਗਾ ਤੁਹਾਨੂੰ ਮਾਹੌਲ ਮਿਲ ਜੂਗਾ। ਸੋ ਬੇਟਾ ਇਹ ਸਾਡੀ ਕਰਨੀ ਦਾ ਨਤੀਜਾ ਹੈ। ਇਸ ਕਰਕੇ ਕਰਨੀ ਨੂੰ ਆਪਾਂ ਦੇਖ ਕੇ ਕਰੀਏ, ਹਰ ਵਕਤ ਪੋਜ਼ਿਟਿਵ ਰਹੀਏ, ਚੰਗੇ ਕਦਮ ਚੁੱਕੀਏ ਤਾਂ ਮਾਲਿਕ ਆਪਣੇ ਆਪ ਬਖਸ਼ਿਸ਼ ਕਰੂਗਾ। ਤੇ ਬਾਬਾ ਜੀ ਮੇਰਾ ਦੂਜਾ ਸਵਾਲ ਇਹ ਹੈ ਕਿ ਇੱਕ ਹਾਥੀ ਤੇ ਇੱਕ ਕੀੜੀ ਨੂੰ ਮਾਰਨ ਦਾ ਪਾਪ ਇੱਕੋ ਜਿਹਾ ਹੁੰਦਾ ਹੈ? ਬੇਟਾ ਦੁਨੀਆ ਨਾ 5 ਤੱਤਾਂ ਦੀ ਬਣੀ ਵੀ ਹੈ। ਸਿਰਫ ਇਨਸਾਨ ਹੈ ਜਿਹਦੇ 'ਚ 5 ਤੱਤ ਮੌਜੂਦ ਹੈਗੇ ਆ। ਫਿਰ ਮੈਮਲਸ ਹੈ ਜਿਨ੍ਹਾਂ ਵਿੱਚ 4 ਤੱਤ ਹੈ। ਜੋ ਅੰਡੀ ਦੀ ਜੂਨ 'ਚੋਂ ਜਨਮ ਲੈਂਦੇ ਆ ਉਹਨਾਂ ਵਿੱਚ 3 ਹੈ। ਤਾਂ ਉਸ ਹਿਸਾਬ ਦੇ ਨਾਲ ਜੋ ਸਜ਼ਾ ਆਪਣੇ ਇਨਸਾਨ ਨੂੰ ਮਾਰਨ ਦੀ ਹੈ ਉਹ ਸਭ ਤੋਂ ਜ਼ਿਆਦਾ ਹੈ। ਫਿਰ ਘੋੜਾ ਹੈ, ਇਹ ਹਾਥੀ ਆ ਜਾਂਦੇ ਆ ਉਹਨਾਂ ਦਾ ਹੈ। ਫਿਰ ਜਿਹੜੇ ਅੰਡੇ ਦੀ ਜੂਨ ਹੈਗੀ ਹੈ। ਸੋ ਉਸ ਤਰ੍ਹਾਂ ਸੁਸਾਇਟੀ ਨੇ ਵੀ ਉਹੋ ਜਿਹੇ ਨੋਰਮਸ ਬਣਾਏ ਹੋਏ ਹੈ। ਸੋ ਇਸ ਕਰਕੇ ਆਪਾਂ ਤਾਂ ਘੱਟ ਤੋਂ ਘੱਟ ਕਰਮ ਪੈਦਾ ਕਰਨੇ ਹੈ। ਆਪਣੇ ਵੱਲੋਂ ਕੌਨਸ਼ੀਅਸਲੀ ਆਪਾਂ ਨੂੰ ਕਦੇ ਕੋਈ ਇਹੋ ਜਿਹਾ ਕਰਮ ਨਹੀਂ ਕਰਨਾ ਚਾਹੀਦਾ ਜਿਹੜਾ ਆ ਕੇ ਬੋਝ ਬਣ ਜਾਏ। ਬਾਬਾ ਜੀ ਨਾਮਦਾਨ ਦੀ ਬਖਸ਼ਿਸ਼ ਕਰਨਾ ਤੇ ਸਭ ਤੇ ਦਇਆ ਮੇਰ ਰੱਖਣਾ ਤੇ ਸਭ ਨੂੰ ਸਾਥ ਰਹਿਣਾ। My question is that in India we talk about equality, but even the most educated Indian man grows up in a surrounding where women are the primary caregivers or women do most of the household chores. So in such a scenario, is it reasonable to expect to find a man who's actually going to be truly equal, or is this something that I should learn to compromise on a little? Beta, we have to learn to adapt ourselves to the situation. One is the ideal. Ideal is that it should be a 50-50 relationship where all the duties and all the chores should be shared. But nobody has an ideal. You don't have ideal parents. You don't have ideal circumstances. In a practical manner, we have to make do with what we have now. So yes, there are men who love to do cooking and who will do the cooking and the housework and everything while the woman goes and works. But can you wait all your life to find such a man? So you have to make do with what is available. And no? How can I judge someone on this basis, or like how? No, beta, he should be a good human being. I won't say that he should be a satsangi or he should be this or that. If he's a good human being, you'll be happy. If he respects you, he respects what you stand for, and you must do the same. It should not be just one-sided. Yeah. If you want him to respect your point of view, you have to learn to respect his point of view. And that's what makes it work. Marriage should be a 50-50 relationship where two people come together to be supportive to each other to see life through. But for most of us, we get married for the wrong reasons. We get married, we have different desires, different things in our mind, and those fade away with time. But if you see a good friend in the other person, then you complement each other. Thank you. राधा जी,
सतगुरु सच्चे पातशाह आपने बहुत कुछ दिया है और मैं अपनी ज़िंदगी से बहुत खुश हूँ। बड़ा कुछ आपने बख्शा है मालिक। अब तक जो लाइफ बीती है बहुत ही शानदार, बहुत ही अच्छी बीती है। और कहते हैं जिसको सतगुरु मिले तिन का लेखा नहीं बढ़िया। तो सतगुरु सब कुछ सफल हो गया। बस अब 2-3 चीज़ और चाहिए बाबा जी। एक तो नाले कहने सारा कुछ हो गया। हाँ, वो 2-3 चीज़ें कितों विच नाल जोड़ लियां। वो सब आपसे ही मिल सकती हैं बाबा जी। एक तो सच्चा प्यार चाहिए बाबा जी। मैं महसूस करता हूँ मेरे अंदर सच्चा प्यार नहीं है। सारी संगत प्यार करती बेटा है। जो मालिक ने देना है पहले दे दिया है, मांगने की जरूरत नहीं है, सिर्फ जागृता की जरूरत है। परमार्थ भी हमें अपने अंदर से मिलेगी, प्यार भी अपने अंदर से मिलेगा, सब कुछ अंदर से मिलेगा। एक किताब में पढ़ा था बाबा जी, बाबा सावन सिंह जी ने बोला था कि ये प्यार मैं आप देता हूँ। तो प्यार तो आप ही दे सकते हैं, सच्चा विश्वास। नहीं, मगर आपने एक लाइन तो पढ़ ली, अगली लाइन पढ़ी नहीं आपने। ये डॉक्टर जॉनसन ने पूछा था उनसे कि परमार्थ में सबसे ज़रूरी क्या चीज़ है। आपने कहा प्यार। तो उन्होंने कहा प्यार कहाँ से मिलेगा? वो कहते मैं देता हूँ। तो उन्होंने कहा मेरे को भी थोड़ी सी दे दे। तो उन्होंने कहा जैसे आप बाहर कामकाज करते हैं, उसके एवज़ में आपको तनख्वाह मिलती है, तो वैसे ही जब आप भजन सिमरन करेंगे उसके एवज़ में आपको प्यार मिलेगा। एक विश्वास चाहिए बाबा जी। मेरे को लगता है मेरे में विश्वास की भी कमी है। मुझे विश्वास भी चाहिए। बेटा 100% विश्वास ਕਿਸੇ ਨੂੰ ਵੀ ਨਹੀਂਗਾ। ਜਿੰਨਾ ਮਰਜ਼ੀ ਆਪਾਂ ਗੱਲਾਂ ਨਾਲ ਕਹਿ ਲਈਏ, ਵਿਸ਼ਵਾਸ ਹਰੇਕ ਦਾ ਕਦੇ ਨਾ ਕਦੇ ਡੋਲਦਾ ਹੈਗਾ। बस वो ना डोले बाबा जी। ਕੋਈ ਨਾ, ਤੁਸੀਂ ਬਸ ਆਪਣਾ ਭਜਨ ਸਿਮਰਨ ਕਰੋਗੇ बेटा, विश्वास अंदरों बनूगा, बाहरों नहीं बनता। एक बाबा जी और बात पूछनी थी, दूसरा क्वेश्चन कि जैसे आप जीव को चोला छोड़ने पे कैसे लेके जाते हैं और कैसे कहाँ कहाँ रखते हैं और किस हिसाब से ਸਾਨੂੰ ਕੀ ਫਰਕ ਪੈਂਦਾ ਜਦੋਂ ਚੋਲਾ ਹੀ ਛੱਡਦਾ ਤਾਂ ਤੁਹਾਨੂੰ ਕੀ ਪਤਾ ਕਿ ਕਿਵੇਂ ਜਾਣਾ ਹੈ ਤੇ ਕਿੱਥੇ ਜਾਣਾ ਹੈ। वो आगे की तो फिक्र है बाबा। हैं? आगे की तो फिक्र करनी ਕਾਹਦਾ पड़ेगी ਫਿਕਰ कैसे? ਹੈ ਤੁਹਾਨੂੰ? ਫਿਕਰ ਹੈ ਜਿਸਮ ਦਾ। ਜਿਸਮ ਅਗਨੀ ਦੇ ਸਪੁਰਦ ਹੋ ਜਾਣਾ, ਜਿਸਮ ਨੇ ਕਦੇ ਨਹੀਂ ਜਾਣਾ। ਤੁਸੀਂ ਫਿਕਰ ਕਰੋ ਆਤਮਾ ਦਾ, ਔਰ ਆਤਮਾ ਦਾ ਫਿਕਰ ਤਾਂ ਹੋਊਗਾ ਜਦੋਂ ਤੁਸੀਂ ਆਤਮਾ ਤੱਕ ਪਹੁੰਚੋਗੇ। ਹਾਲੇ ਤੁਸੀਂ ਸਿਰਫ ਜਿਸਮ ਦਾ ਫਿਕਰ ਕਰ ਰਹੇ ਹੋ, ਔਰ ਜਿਸਮ ਇੱਥੇ ਹੀ ਰਹਿ ਜਾਊਗਾ, नहीं जिसम ਕਿਤੇ ਨਹੀਂ तो ਜਾਣ बाद ਲੱਗਾ। की गल है बाबा जी। जिसम तो बाद आप कैसे लेके आप तो जाएंगे? पहुंचे नहीं आत्मा तक। जब आत्मा तक पहुंचोगे तब आत्मा का फिक्र होगा। और जब आत्मा का फिक्र होगा भाई मेरे, फिर भजन सिमरन बैठ के करोगे रात दिन। थैंक यू बाबा जी, इतनी अच्छी अपॉर्चुनिटी दी आपने। आई एम हियर सिंस मोर देन 2 months और ये मेरी लाइफ का सबसे बेस्ट टाइम है। लोगों के लिए होगा कोरोना, मेरे लिए मस्त टाइम है ये। नहीं, यहाँ डेरे में क्या कोरोना है? किसी को कुछ दिक्कत आई यहाँ पे? यहाँ तो फर्क पड़ा किसी को? ये हमारे तो यहाँ रोजमर्रा की जिंदगी वैसे ही चल रही है बेटा। जी आई एम द लकीएस्ट पर्सन राइट तो नाउ। ये तो महाराज जी की दया से हमने कोरोना को करुणा में बदल लिया। जी अ फ्यू वीक्स अगो मुझे सपना आया था कि आप सब में बल्ले बल्ले बोल रहे थे और वी वर लाइक बल्ले 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 बल्ले, फिर आप चले गए। इस वक्त बेटा जब मैं सबको देखता हूँ ना, पता नहीं बल्ले बल्ले कब होगी। अभी तो वो सारे थल्ले थल्ले ही हैं। हाँ। And the next day I got to hear कि we would really be able to talk to you. And my first question is कि बाबा जी कभी कभी मैं ना वॉक कर रही होती हूँ तो मैं ऐसे ही आपसे दिल से ही बातें करती रहती हूँ, तो क्या वो भी सुनते हो? आप क्या समझती हैं सड़क से बात कर रही हैं? आप मन में कुछ होगा तभी तो बात करती हैं। तो आप हाँ। सुनते हो? हैं? आप सुनते हो? नहीं, ये थोड़ी बताऊंगा मैं बेटा। अगर मैं सबके दिल की बात सुनने लग पड़ा ना तो यहाँ भी तबाही मच जाएगी। कि बाबा जी मेरा नेक्स्ट क्वेश्चन ये है कि मुझे गुस्सा बहुत ज़्यादा आता है और उस गुस्से को कंट्रोल नहीं मैं कर पाती। अगर ज़्यादा हो जाए तो जब गुस्सा आता है तब मैं ऐसा क्या करूं कि मेरा गुस्सा ही चला जाए? मैं गुस्सा करूं आपसे? गुस्से हूं आपसे मैं? नहीं। तो फिर आप क्यों किसी से गुस्से होती हैं बेटा? सर्कमस्टांसेस कभी कभी। नहीं, कोई ऐसा सर्कमस्टांस नहीं बेटा। जो चीज़ बेटा प्यार से हो सकती है गुस्से से नहीं हो सकती। ये ठीक है, मैं बथेरा कट लेना अपना गुब गुबाड़ सारे आंदे होते हैं, मगर उसका एक मकसद होता है। अभी आपका कोई मकसद नहीं है जिसमें आप करें। और ज़्यादातर देखो माँ बाप के ऊपर ही निकालते हैं हम। किसी और के ऊपर निकालेंगे वो वापस उतनी सुना देगा, क्योंकि हमें मालूम है माँ बाप ने वापस जवाब नहीं देना। तो इसलिए हमें तो और प्यार करना चाहिए बेटा।
बाबा जी थैंक यू सो आप मच। प्रॉमिस करो कि आगे से मैं सिर्फ प्यार करूंगी। प्रॉमिस। थैंक यू सो मच बाबा जी, आपकी स्माइल बहुत अच्छी है। बाबा जी मेरा पहला प्रश्न ये है कि जब सुना है जब इंसान का बुरा वक्त आता है तो उसकी बुद्धि जो होती है भ्रष्ट हो जाती है, तो उस समय में क्या करना चाहिए? बेटा देखो, अगर शुरू से हम परमार्थ के साथ जुड़े होंगे तो हमारे लिए क्या अच्छा है तो क्या बुरा है बेटा। कर्मों का हिसाब किताब है, कर्मों के हिसाब किताब में उतार चढ़ाव तो होगा ही, मगर हमने ऐसी अवस्था बनानी है बेटा कि हमने परख नहीं करनी। अगर उसने इतना कुछ अच्छा दिया है तो थोड़ा सा अगर हमारी ज़िंदगी में ऐसा वक्त भी आ गया तो हमने तो उसको भी वैसे ही मानना है कि ये भी हमारे लिए अच्छा है बेटा। विश्वास नहीं छोड़ना चाहिए। मालिक को याद रखो, वो हर वक्त सहारा देगा कि हम सही रास्ता अपनाएं। बाबा जी मेरा सेकंड क्वेश्चन ये है कि मैं बहुत ज़्यादा ओवर थिंकिंग करती हूँ जिस वजह से मुझे बहुत स्ट्रेस होता है। बेटा सोचने के साथ मन के ऊपर बोझ बढ़ता है। किसी हद तक कर सोचना चाहिए। बगैर सोचे समझे कोई काम करेंगे तो वो भी ठीक नहीं होगा, मगर किस हद तक? अगर सारी उम्र मैं सोचता ही जाऊं और कदम ना उठाऊं तो वो भी ठीक नहीं है। तो बैलेंस रखें, किसी हद तक सोचा फिर करनी। बाबा जी अपनी दया मेहर बनाए रखना, अगर मुझसे कोई गलती हो गई तो उसे भूल कर माफ कर देना। Okay, thank you for everything, for giving me every support. Babaji, my husband will be joining his shift soon, so due to present condition, I'm having some fear inside. क्यों बेटा? चिंता ताकि कीजिए जो अनहोनी होए बेटा। हर एक इंसान अपनी किस्मत लेके आंदा है ना, उन्हें किस्मत नाल चलना है बेटा। ਹੁਣ ਆਪਾਂ ਜੇ ਫਿਕਰ ਕਰੀਏ ਤਾਂ ਆਪਾਂ ਤਾਂ ਘਰ ਤੋਂ ਬਾਹਰ ਨਹੀਂ ਕਦਮ ਚੁੱਕ ਸਕਦੇ ਬੇਟਾ, ਕਿਉਂਕਿ ਆਪਾਂ ਨੂੰ ਤਾਂ ਪਤਾ ਹੀ ਨਹੀਂ ਕੀ ਹੋ ਜਾਊਗਾ। ਹਰੇਕ ਕਦਮ ਦੇ ਨਾਲ ਕੁਝ ਨਾ ਕੁਝ ਹੋ ਸਕਦਾ। ਸੋ ਇਸ ਕਰਕੇ ਬੇਟਾ ਆਪਾਂ ਥੋੜਾ ਜਿਹਾ ਵਿਸ਼ਵਾਸ ਰੱਖਣਾ ਹੈ ਔਰ ਜ਼ਿੰਦਗੀ ਨੂੰ ਲੈਣਾ ਜਿਵੇਂ ਆਂਦੀ ਹੈਗੀ ਹੈ। ਜੇ ਰੋਜ਼ ਸੂਰਜ ਨਿਕਲੂਗਾ ਤਾਂ ਦੁਨੀਆ ਤਾਂ ਤਪ ਕੇ ਖਤਮ ਹੋ ਜਾਊਗੀ, ਰੋਜ਼ ਬਾਰਿਸ਼ ਪਊਗੀ ਤਾਂ ਡੁੱਬ ਜੂਗੀ। ਸੋ ਇਸ ਕਰਕੇ ਸੂਰਜ ਦਾ ਵੀ ਆਪਣਾ ਮਕਸਦ ਹੈ ਤਾਂ ਬਾਰਿਸ਼ ਦਾ ਵੀ ਆਪਣਾ ਮਕਸਦ ਹੈ ਬੇਟਾ। ਸੋ ਇਸ ਕਰਕੇ ਜ਼ਿੰਦਗੀ ਦਾ ਜਿਹੜਾ ਉਤਾਰ ਚੜਾਵ ਹੈ ਨਾ, ਉਹ ਆਪਾਂ ਉਸੇ ਲਹਿਜ਼ੇ ਦੇ ਨਾਲ ਲੈਣਾ ਹੈ, ਮਾਲਕ ਦਾ ਹੁਕਮ ਮੰਨ ਕੇ ਬੇਟਾ। ਵਿਸ਼ਵਾਸ ਰੱਖਾਂਗੇ, ਉਹ ਸਹਾਰਾ ਦੇਊਗਾ ਕਿ ਆਪਾਂ ਹਰ ਇੱਕ ਚੀਜ਼ ਚੋਂ ਨਿਕਲ ਸਕਦੇ। Babaji, one of my friend, she is having some family problems, so do you want to send some message for her? बेटा जल्दबाजी ना करो, हर एक चीज़ ਨੂੰ ਵਕਤ ਦਿਓ ਬੇਟਾ। ਜਲਦਬਾਜ਼ੀ ਵਿੱਚ ਨਾ ਸ਼ੁਰੂ ਵਿੱਚ ਸਾਰਿਆਂ ਦੇ ਬੇਟਾ ਇੱਕਦਮ ਨਹੀਂ ਕੋਈ ਰਿਸ਼ਤਾ ਨਿਭ ਜਾਂਦਾ। ਰਿਸ਼ਤੇ ਵਕਤ ਦੇ ਨਾਲ ਇਕੱਠੇ ਹੁੰਦੇ ਹੈ ਔਰ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਸਾਡੇ ਵਾਸਤੇ ਕਿੰਨੇ ਜ਼ਰੂਰੀ ਹੈ ਬੇਟਾ। ਪੇਸ਼ੈਂਸ ਰੱਖ ਕੇ ਆਪਣੇ ਵੱਲੋਂ ਜ਼ਿੰਮੇਵਾਰੀਆਂ ਪੂਰੀਆਂ ਕਰੋ और प्यार विच बहुत ताकत है बेटा। Thank you for it. Baba ji, my first question was that my wife already asked that I have to join the ship and she was too much worried. She was taking tension. And thanks for assuring her. नहीं तो हस्बैंड टेंशन दिंदे क्यों बीवियां नूं? हैं? So regarding my profession, I have to go in present situation because the company नहीं is वो तो ठीक हैगा, ਉਹ ਵੀ ਸਮਝਦੀ ਹੈ, ਉਹ ਨਰਸ ਹੈਗੀ, ਉਹਨੂੰ ਵੀ ਸਮਝਦਾ ਹੈ ਕਿ ਕੀ ਹੋ ਸਕਦਾ ਹੈਗਾ। ਸੋ ਇਸ ਕਰਕੇ ਤੁਹਾਨੂੰ ਤਸੱਲੀ ਦੇਣੀ ਚਾਹੀਦੀ ਹੈ। ਆਦਮੀ ਤਾਂ ਚੁੱਪ ਕਰਕੇ ਬਾਏ ਕਰਕੇ ਤੁਰ ਜਾਂਦਾ ਹੈ। ਸੋ ਜੇ ਤਸੱਲੀ ਦੇ ਕੇ ਜਾਏਗਾ ਕਿਉਂ ਫਿਕਰ ਕਰੂਗੀ ਉਹ। Okay. And my second question is during meditation, since mind knows that it has to see the divine light and listen to the celestial sound. Now when trying to concentrate between the eye center, the mind starts creating its own image of the light. So it becomes difficult to differentiate what I'm saying is the reality or it's just an image created by my mind. But you should not try and analyze. Whatever you can see, just let yourself go with that. ठीक है ना? These are symbolic things. So don't analyze. Just let yourself go with that. Now, we can only go up to a certain extent. After that, it is with His grace.
ਸੋ ਆਪਣੇ ਬਸ ਵਿੱਚ ਸਿਰਫ ਸਿਮਰਨ ਹੈ, ਉਸ ਤੋਂ ਅੱਗੇ ਸਿਰਫ ਉਹਦੀ ਬਖਸ਼ਿਸ਼ ਦੇ ਨਾਲ ਹੀ ਅੱਗੇ ਚੱਲਾਂਗੇ ਆਪਾਂ। ਸੋ ਸਿਮਰਨ ਦੇ ਨਾਲ ਜਿਹੜੀ ਇਕਾਗਰਤਾ ਆਉਂਦੀ ਹੈ, ਜਿੰਨਾ ਧਿਆਨ ਲੱਗਦਾ ਹੈਗਾ, ਜੋ ਉਹਦੀ ਬਖਸ਼ਿਸ਼ ਹੋ ਰਹੀ ਹੈ, ਤਾਂ ਉਸ ਤੋਂ ਅੱਗੇ ਉਹ ਹੀ ਖਿੱਚੂਗਾ। ਤੁਸੀਂ ਆਪਣੇ ਵੱਲੋਂ ਬਸ ਅਟੈਚ yourself to the ਸ਼ਬਦ, look into the light and then just let yourself go. थैंक यू। एज अ पेरेंट्स हम अपने बच्चों की किस तरह से परवरिश करें ताकि वो अच्छे और सच्चे इंसान बनकर सही मार्ग पर चल सके? बेटा आप अच्छे उदाहरण बने। बच्चे के लिए तो माँ बाप सब कुछ होते हैं ना, तो वो सब कुछ माँ बाप का देखता है, तो उसके मन में ड्यूअलिटी नहीं आनी चाहिए कि सही क्या है गलत क्या है। अच्छा उदाहरण बनेंगे वैसी ही उसकी नींव बनेगी, सही रास्ते पे चलेगा बेटा। उनकी दिनचर्या पर कितनी निगरानी रखे एज अ पेरेंट सर? जितनी रख सकते हो। अपनी मेहर और बख्शिश बख्शना बस। ਰਾਧਾ स्वामी सच्चे सरकार सच्चे पातशाह मैं सुनिया सी कि करोना ਜਿਹੜਾ ਹੈਗਾ ਪਰੋਨਾ ਬਣ ਕੇ ਆਇਆ, ਲੇਕਿਨ ਇਹ ਪਰੋਨਾ ਕੁਝ ਜ਼ਿਆਦਾ ਹੀ ਲੰਬਾ ਹੋ ਗਿਆ। ਹੁਣ ਇਹਨੂੰ ਟੋਰੋ ਕਿਉਂ? ਹੋਰ ਕੀ ਬਾਬਾ ਜੀ, ਸੰਗਤ ਹੀ ਨਹੀਂ ਹੈਗੀ ਹੈ, ਸਤਸੰਗ ਸਾਰੇ ਬੰਦ ਹੋ ਗਏ, ਸੰਗਤ ਜਿਹੜੀ ਤਰਸ ਰਹੀ ਹੈ ਆਪ ਜੀ ਦੇ ਦਰਸ਼ਨ ਵਾਸਤੇ। ਤੁਸੀਂ ਆਪਣਾ ਖਿਆਲ ਰੱਖੋ। ਤੁਸੀਂ नहीं सच्चे पातशाह जब तक संगत नहीं आएगी, संगत सारी दुनिया का दर्द मेरे दिल में है। सच्चे पातशाह सारी दुनिया ਦਾ ਦਰਦ ਆਪਦੇ ਕੋਲ ਹੈਗਾ ਹੈ। ਸਾਰੀ ਦੁਨੀਆ ਦਾ ਦਰਦ ਤਾਂ ਸਰ ਆਪ ਨੇ ਸਮਾਇਆ ਹੋਇਆ ਹੈਗਾ। ਨਹੀਂ ਤਾਂ ਮੈਂ ਤਾਂ ਬੜਾ ਖੁਸ਼ ਬੈਠਾ। ਨਹੀਂ ਸਰ ਕੋਰੋਨਾ ਤੋੜੋ ਨਾ। ਨਹੀਂ ਫਿਕਰ ਤਾਂ ਤੁਹਾਨੂੰ ਲੱਗਿਆ ਹੋਇਆ ਹੈ ਸਰ। ਕੋਰੋਨਾ ਤੋੜੋਗੇ ਤਦੀ ਡੇਰੇ ਸੰਗਤ ਆਏਗੀ। ਕਾਹਦੇ ਵਾਸਤੇ ਤੋੜੋ? ਮਾਲਿਕ ਜੋ ਵੀ ਦਿੰਦਾ ਚੰਗਾ ਦਿੰਦਾ ਹੈ। ਇਨਸਾਨ ਭਟਕ ਗਿਆ, ਇਨਸਾਨ ਗਲਤ ਪਾਸੇ ਚਲੇ ਗਿਆ, ਅਸੀਂ ਕਦਰ ਨਹੀਂ ਕੀਤੀ, ਇਸ ਕਰਕੇ ਬਿਮਾਰੀ ਸਾਡੇ ਉੱਤੇ ਆਈ ਹੈ। ਹੁਣ ਤੁਸੀਂ ਆਪਣੀ ਸਿਹਤ ਦਾ ਖਿਆਲ ਨਾ ਰੱਖੋ, ਕੀ ਹੋਊਗਾ? ਕੁਛ ਨਾ ਕੁਛ ਤਾਂ ਹੋਊਗਾ ਹੀ ਨਾ। ਤਾਂ ਹੁਣ ਅਸੀਂ ਜਦੋਂ ਦੁਨੀਆ ਦਾ ਖਿਆਲ ਨਹੀਂ ਰੱਖਿਆ, ਅਸੀਂ ਇਨਵਾਇਰਨਮੈਂਟ ਦਾ ਖਿਆਲ ਨਹੀਂ ਰੱਖਿਆ, ਕਦੇ ਅੱਗਾਂ ਜਲਾ ਲੈਂਦੇ ਆ, ਕਦੇ ਪੇੜਾਂ ਨੂੰ ਕੱਟ ਕੇ ਪਾਸੇ ਮਾਰ ਦਿੰਦੇ ਆ, ਤਾਂ ਫਿਰ ਇਹੀ ਚੀਜ਼ਾਂ ਆਉਣਗੀਆਂ ਬੇਟਾ। ਤੇ ਇਹ ਤਾਂ ਮਾਲਿਕ ਦਾ ਤਰੀਕਾ ਹੈ ਸਾਨੂੰ ਸਮਝਾਉਣ ਵਾਸਤੇ ਕਿ ਅਸੀਂ ਸਮਝੀਏ ਔਰ ਆਪਣੇ ਆਪ ਨੂੰ ਸੰਭਾਲੀਏ, ਔਰ ਜਿੰਨਾ ਚਿਰ ਸਿੱਖੋਗੇ ਨਹੀਂ ਇਹੀ ਹੁੰਦਾ ਰਹੂਗਾ। ਸੱਚੇ ਪਾਤਸ਼ਾਹ ਸਿਖਾਣਾ ਵੀ ਆਪਨੇ ਹੈ, ਸਾਰਾ ਕੁਝ ਬਾਬੇ ਨੇ ਕਰਨਾ। ਅਸੀਂ ਤਾਂ ਮੌਜ ਸੱਚੇ ਪਾਤਸ਼ਾਹ ਸਰਕਾਰ ਆਪ ਜੀ ਦੀ, ਅਸੀਂ ਤਾਂ ਮੌਜ ਕਰਨ ਵਾਸਤੇ ਆਏ ਆ, ਬਾਕੀ ਬਾਬਾ ਕਰੇ ਸਾਰਾ ਕੁਝ। ਸੱਚੇ ਪਾਤਸ਼ਾਹ ਮਾਲਿਕ ਆਪ ਹੀ ਹੈਗੇ ਸਾਰਿਆਂ ਦੇ। ਮੈਂ ਕੋਈ ਮਾਲਿਕ ਮੂਲਿਕ ਨਹੀਂਗਾ। ਇੱਥੇ ਦੇਖੋ ਸੰਤ ਮਤ ਵਿੱਚ ਕਰਮਾਂ ਦਾ ਅਸੂਲ ਹੈ, ਜੈਸੀ ਕਰਨੀ ਵੈਸੀ ਭਰਨੀ। ਠੀਕ ਹੈ ਨਾ? ਇਹ ਨਾ ਕਹੋ ਕਿ ਜੀ ਮੈਂ ਗਲਤੀਆਂ ਕਰਦਾ ਰਹੂੰਗਾ ਤਾਂ ਬਾਬਾ ਬਹਿ ਕੇ ਮਾਫ ਕਰੂਗਾ। ਇਹ ਬਾਬਾ ਬੜਾ ਡਾਢਾ ਹੈ ਸਰ। ਬਾਬਾ ਡਾਢਾ ਨਹੀਂ ਮਾਫ ਕਰਨਾ, ਨੇ ਕਹੋਗੇ ਚੱਲ ਫਿਰ ਭੁਗਤ। ਸੱਚੇ ਪਾਤਸ਼ਾਹ ਬਾਬਾ ਡਾਢਾ ਬਾਰੂ ਹੈ, ਅੰਦਰੋਂ ਬੜਾ ਨਰਮ ਹੈ। ਅੱਛਾ ਤੁਸੀਂ ਤਾਂ ਬੜੇ ਪਹੁੰਚੇ ਹੋਏ ਹੋਗੇ, ਅੰਦਰ ਜਾ ਕੇ ਵੀ ਦੇਖ ਲਿਆ ਤੁਸੀਂ ਸਾਰਾ ਕੁਝ। ਆਪ ਜੀ ਦੀ ਦਇਆ ਮੇਰ ਹੈ, ਸਾਰਿਆਂ ਨੂੰ ਆਪ ਜੀ ਨਹੀਂ ਬਖਸ਼ਿਆ ਹੈਗਾ। ਮੈਂ ਤਾਂ ਸਾਰਿਆਂ ਨੂੰ ਤੁਹਾਨੂੰ ਮੱਥਾ ਟੇਕਣਾ ਚਾਹੀਦਾ ਕਿ ਤੁਸੀਂ ਇੰਨੇ ਪਹੁੰਚੇ ਹੋਏ ਹੋ। ਦਇਆ ਮੇਰ ਹੈਗੀ ਹੈ, ਆਪ ਜੀ ਨੇ ਸਭ ਕੁਝ ਬਖਸ਼ਿਆ ਹੈਗਾ। ਤੇ ਆਪ ਜੀ ਇਸ ਪਰੋਨੇ ਨੂੰ ਹੁਣ ਤੋਰੋ ਜਲਦੀ। ਤੂੰ ਕੌਣ? ਮੈਂ ਖਾਮ ਖਾ ਹੈ? ਉਹ ਭਾਈ ਮਾਲਕ ਦੇ ਹੁਕਮ ਵਿੱਚ ਰਹੀਏ ਆਪਾਂ। ਜਦੋਂ ਉਹਦਾ ਭਾਣਾ ਹੋਊਗਾ, ਜਦੋਂ ਉਹ ਸਮਝੂਗਾ ਕਿ ਅਸੀਂ ਇਸ ਚੀਜ਼ ਨੂੰ ਸਿੱਖ ਰਹੇ ਹਾਂ, ਸਮਝ ਰਹੇ ਹਾਂ, ਆਪਣੇ ਆਪ ਦੂਰ ਕਰ ਦੂਗਾ। ਹੁਣ ਜਿੰਨਾ ਚਿਰ, ਹੁਣ ਦੇਖੋ ਬੱਚਾ ਜੇ ਨਹੀਂ ਸਮਝਦਾ, ਬਾਰ-ਬਾਰ ਗਲਤੀ ਕਰਦਾ, ਤੁਸੀਂ ਛੱਡ ਦਿਓਗੇ ਕਿ ਜਾ ਗਲਤੀਆਂ ਕਰਦਾ ਰਹੇ? ਹੈਂ? ਆਪਾਂ ਕਵਾਂਗੇ ਨਾ, ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਉਹੀ ਹੈ ਸਾਡਾ ਹਾਲ ਹੋਇਆ ਪਿਆ ਬੇਟਾ। ਪ੍ਰੋਬਲਮ ਬੇਟਾ ਹਿਊਮਨ ਬੀਇੰਗਸ ਦੀ ਹੈ ਕਿ ਸਿੱਖਦੇ ਨਹੀਂਗੇ। ਆਪਾਂ ਨੂੰ ਇਤਿਹਾਸ ਸਮਝਾਇਆ ਜਾਂਦਾ ਹੈ, ਸਿਖਾਇਆ ਜਾਂਦਾ ਹੈ, ਮਗਰ ਆਪਾਂ ਸਿੱਖ ਲਿਆ ਬੇਟਾ। ਆਪਾਂ ਰੰਗਾਂ ਦੇ ਉੱਤੇ ਭੇਦਭਾਵ ਕਰਦੇ ਹਾਂ, ਜ਼ਾਤਾਂ ਦੇ ਉੱਤੇ, ਮਜ਼ਹਬਾਂ ਦੇ ਉੱਤੇ ਭੇਦਭਾਵ ਕਰਦੇ ਹਾਂ। ਜਦੋਂ ਇਨਸਾਨ ਸਿੱਖਦਾ ਹੀ ਨਹੀਂ ਤਾਂ ਫਿਰ ਮਾਲਿਕ ਕੀ ਕਰੇ? ਮੱਲੋ ਮੱਲੀ ਜੇ ਆਪਾਂ ਹੱਥ ਅੱਗ ਵਿੱਚ ਪਾਵਾਂਗੇ ਤਾਂ ਹੱਥ ਤਾਂ ਜਲੂਗਾ ਨਾ। ਫਿਰ ਸਿੱਖੀਏ ਆਪਾਂ। ਬਾਬਾ ਜੀ ਜਦੋਂ ਸਾਡੀ ਕੋਈ ਗਲਤੀ ਨਾ ਹੋਵੇ ਔਰ ਦੂਸਰਾ ਬੰਦਾ ਸਾਨੂੰ ਗਲਤ ਕਵੇ ਔਰ ਉਹ ਬੰਦੇ ਨੂੰ ਵੀ ਪਤਾ ਕਿ ਸਾਡੀ ਗਲਤੀ ਨਹੀਂ ਆ, ਤੇ ਉਸ ਸਿਚੁਏਸ਼ਨ ਤੇ ਕੀ ਕਰੀਏ? ਲੜਾਈ ਨਹੀਂ ਕਰਨੀ ਆਪਾਂ। ਠੀਕ ਹੈ ਬੇਟਾ? ਜੇ ਇੱਕ ਬੇਵਕੂਫ ਹੈ ਤਾਂ ਦੋ ਜਾਣੇ ਬੇਵਕੂਫ ਨਹੀਂ ਬਣਨੇ ਚਾਹੀਦੇ। ਠੀਕ ਹੈ? ਉਹ ਆਪਣੀ ਅਣਗਹਿਲੀ ਦਿਖਾ ਰਿਹਾ ਹੈਗਾ, ਆਪਣੀ ਅਗਿਆਨਤਾ ਦਿਖਾ ਰਿਹਾ ਹੈ, ਆਪਾਂ ਉਹਦੇ ਵਿੱਚ ਕਿਉਂ ਉਹਦੇ ਨਾਲ ਜੁੜਨਾ ਹੈਗਾ? ਤੁਸੀਂ ਸਿਆਣਪ ਦਿਖਾਓ, ਉਸ ਵਕਤ ਚੁੱਪ ਕਰ, ਜੋ ਬਾਅਦ ਵਿੱਚ ਸਮਝਾਉਂਗੇ ਉਹ ਸ਼ਾਇਦ ਮਾਫੀ ਵੀ ਮੰਗ ਲੇ। ਮਗਰ ਜੇ ਉਸ ਵਕਤ ਆਪਾਂ ਲੜਾਈ ਝਗੜਾ ਕਰਕੇ ਬਹਿ ਜਾਾਂਗੇ, ਸਾਰਾ ਕੁਝ ਵੱਧ ਜਾਊਗਾ ਬੇਟਾ।
और बाबा जी पार्शलिटी क्यों होंदी है गर्ल्स ते बॉयज हर टाइम? मैं ਤਾਂ ਨਹੀਂ ਪਾਰਸ਼ੀਅਲਿਟੀ ਕਰਦਾ नहीं बाबा जी डेरे विच बाहर सारी जगह पार्शलिटी होंदी है। ਬੇਟਾ। ਪੁਰਾਣਾ ਜੋ ਚੱਲਦਾ ਆ ਰਿਹਾ ਸਿਲਸਿਲਾ, ਹੁਣ ਵਕਤ ਤਾਂ ਲੱਗਦਾ ਹੈ ਨਾ ਉਹਨੂੰ ਬਦਲਣ ਵਿੱਚ। ਮਗਰ ਇੱਥੇ ਤਾਂ ਮੈਂ ਇਹ ਦੇਖ ਰਿਹਾ ਕਿ ਬੀਬੀਆਂ ਹੁਣ ਜ਼ਿਆਦਾ ਤਕੜੀਆਂ ਹੋ ਰਹੀਆਂ। ਮੈਨੂੰ ਤਾਂ ਹੁਣ ਫਿਕਰ ਪਿਆ ਹੋਇਆ ਕਿ ਮੈਂ ਦੂਜੀ ਕਿਤਾਬ ਲਿਖਾਂ, ਮੈਨਸ ਇੰਪਾਵਰਮੈਂਟ। ਹਾਂ, ਵਿਮਨ ਤਾਂ ਬਹੁਤ ਇੰਪਾਵਰ ਹੋ ਗਈਆਂ ਨਹੀਂ। थैंक यू बाबा जी, थैंक यू फॉर एवरीथिंग बाबा जी। बहुत वधिया स्कूल दिता बाबा जी, पेरेंट्स और डेरे विच रहन दा मौका दिता। थैंक यू बाबा जी। राजस्वामी बाबा जी, सच्चे पातशाह, मेरी कोई औकात नहीं कि मैं ਤੁਹਾਡੇ ਸਾਹਮਣੇ ਖੜਾ ਹੋ ਸਕਾਂ। ਇਹ ਤੁਹਾਡੀ ਬਖਸ਼ਿਸ਼ ਹੈ, ਤੁਹਾਡੀ ਕਿਰਪਾ ਹੈ ਕਿ ਮੈਂ ਤੁਹਾਡੇ ਸਾਹਮਣੇ ਤੁਸੀਂ ਮੈਨੂੰ ਖੜੇ ਹੋਣ ਦੇ ਕਾਬਿਲ ਬਣਾਇਆ ਜੀ। ਨਹੀਂ ਬੇਟਾ, ਆਪਾਂ ਇਹਨਾਂ ਚੀਜ਼ਾਂ 'ਚ ਕਿਉਂ ਪੈਂਦੇ ਆ? ਔਕਾਤ ਤਾਂ ਕਿਸੇ ਦੀ ਵੀ ਨਹੀਂ ਬੇਟਾ, ਨਾ ਮੇਰੀ ਔਕਾਤ ਹੈ ਨਾ ਕਿਸੇ ਹੋਰ ਦੀ ਹੈ। ਸੋ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ 'ਚ ਕਿਉਂ ਪੈਣਾ ਬੇਟਾ? ਆਪਾਂ ਸਾਰੇ ਦੇਖੋ ਬੇਟਾ, ਡੇਰੇ 'ਚ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂਗਾ। ਇੱਥੇ ਸਾਰੇ ਹੀ ਸੇਵਾਦਾਰ ਹੈ। ਇਹ ਠੀਕ ਹੈ ਕਿਸੇ ਨੂੰ ਅੱਗੇ ਲੱਗਣਾ ਪੈਂਦਾ ਹੈਗਾ। ਬਾਕੀ ਮੈਂ ਵੀ ਸੇਵਾ ਕਰ ਰਿਹਾ, ਤੁਸੀਂ ਵੀ ਸੇਵਾ ਕਰ ਰਹੇ ਹੋ। ਤੁਹਾਨੂੰ ਇੱਕ ਹੋਰ ਤਰ੍ਹਾਂ ਦੀ ਸੇਵਾ ਦਿੱਤੀ ਵੀ ਹੈ, ਮੈਨੂੰ ਦੂਜੀ ਤਰ੍ਹਾਂ ਦੀ ਸੇਵਾ ਦਿੱਤੀ ਵੀ ਹੈ, ਮਗਰ ਫਰਕ ਤਾਂ ਕੋਈ ਨਹੀਂ ਨਾ। ਔਰ ਇਕੱਠੇ ਹੋ ਕੇ ਬੇਟਾ ਇੱਥੇ ਇਸ ਸੰਤ ਮਤ ਵਿੱਚ ਕੋਈ ਅੱਗੇ ਨਹੀਂ ਲੱਗ ਸਕਦਾ ਤਾਂ ਕੋਈ ਪਿੱਛੇ ਨਹੀਂ ਲੱਗ ਸਕਦਾ। ਇਹਦਾ ਸਾਰਾ ਕੰਮ ਆਪਾਂ ਇਕੱਠੇ ਚੱਲ ਕੇ ਕਰਨਾ ਹੈ। ਔਰ ਜੇ ਇਕੱਠੇ ਚੱਲ ਕੇ ਕਰਾਂਗੇ ਇੱਕ ਤਾਕਤ ਬਣ ਜਾਵਾਂਗੇ। ਤੇ ਜੇ ਕੋਈ ਅੱਗੇ ਹੋਊਗਾ ਕੋਈ ਪਿੱਛੇ ਹੋਊਗਾ ਤਾਂ ਬੇਟਾ ਫਿਰ ਕੰਮ ਉਸੇ ਤਰ੍ਹਾਂ ਰਹਿ ਜੂ ਆਪਣਾ। ਸੱਚੇ ਪਾਤਸ਼ਾਹ, ਇਹ ਤੁਹਾਡੀ ਵਡਿਆਈ ਹੈ, ਤੁਹਾਡੀ ਬਖਸ਼ਿਸ਼ ਹੈ, ਕਿਰਪਾ ਹੈ ਕਿ ਇਹ ਸਾਰਾ ਮਾਹੌਲ ਜਿਹੜਾ ਡੇਰੇ ਦਾ ਸੱਚੇ ਪਾਤਸ਼ਾਹ ਕਿਤੇ ਬਾਕੀ ਵੀ ਬਾਹਰ ਆਲ ਓਵਰ ਵਰਲਡ ਦੇ ਵਿੱਚ, ਦੁਨੀਆ 'ਚ, ਖਾਸ ਕਰਕੇ ਇੰਡੀਆ 'ਚ ਇਸੇ ਤਰ੍ਹਾਂ ਦਾ ਕਿ ਮਾਹੌਲ ਬਣ ਜੇ ਸਾਹਿਬ ਜੀ। ਤੇ ਮੈਂ ਸਮਝਦਾ ਕਿ ਇਸ ਦੁਨੀਆ ਦਾ ਭਾਰਤ ਤਾਰਾ ਤੁਸੀਂ ਕਰ ਸਕਦੇ ਸੱਚੇ ਬੇਟਾ। ਪਾਤਸ਼ਾਹ। ਦੇਖੋ, ਮਾਹੌਲ ਇੱਕ ਜਾਣਾ ਨਹੀਂ ਬਣਾ ਸਕਦਾ। ਮਾਹੌਲ ਸਾਰੇ ਜੇ ਆਪਾਂ ਚੰਗਾ ਸੋਚਾਂਗੇ ਤਾਂ ਮਾਹੌਲ ਬਣੂਗਾ ਬੇਟਾ, ਨਹੀਂ ਤਾਂ ਘਰ ਦੇ 4 ਜੀ ਨਾਲ ਨਹੀਂ ਚੱਲਦੇ। ਸੋ ਇਹ ਤੁਹਾਡੀ ਵਡਿਆਈ ਹੈ, ਤੁਹਾਡੇ ਪਿਆਰ ਦੀ ਵਡਿਆਈ ਹੈ ਕਿ ਆਪਣਾ ਸਾਰਾ ਕੰਮ ਚੱਲ ਰਿਹਾ ਹੈਗਾ। ਜੇ ਤੁਹਾਡੇ ਪਿਆਰ ਦੀ ਵਡਿਆਈ ਨਾ ਹੋਵੇ, ਮੈਂ ਜੋ ਮਰਜ਼ੀ ਕਹੀ ਜਾਵਾਂ, ਕਿਸੇ ਨੇ ਮੰਨਣੀ ਹੈ ਗੱਲ। ਸੋ ਇਹ ਤਾਂ ਬੇਟਾ ਇਕੱਠਾ ਹੈਗਾ, ਇਕੱਠੇ ਚੱਲ ਕੇ ਮੋਢੇ ਨਾਲ ਮੋਢਾ ਲਾ ਕੇ ਬੇਟਾ ਆਪਾਂ ਇਹ ਕਾਰਜ ਪੂਰਾ ਕਰਨਾ ਹੈ। ਜਿੱਦਣ ਜੇ ਉਹਨੂੰ ਆਪਾਂ ਜ਼ਿਆਦਾ ਅੱਗੇ ਕਰਤਾ ਨਾ ਤਾਂ ਉਹਦੀ ਤਾਂ ਚਾਲ ਹੀ ਇਹੋ ਜਿਹੀ ਹੋਊਗੀ ਕਿ ਆਪਾਂ ਫੜ ਹੀ ਨਹੀਂ ਸਕਦੇ। ਸੋ ਇਸ ਕਰਕੇ ਆਪਾਂ ਤਾਂ ਇੱਕ ਦੂਜੇ ਦੀ ਮਦਦ ਕਰਦੇ ਹੋਏ, ਇੱਕ ਦੂਜੇ ਦੇ ਨਾਲ ਚੱਲਦੇ ਹੋਏ, ਵੱਡਾ ਛੋਟਾ ਨਾ ਕਰੋ ਇੱਥੇ। ਔਰ ਜੇ ਆਪਾਂ ਫਰਕ ਨਹੀਂ ਰੱਖਾਂਗੇ, ਮਹਾਰਾਜ ਜੀ ਨੇ ਆਪਾਂ ਨੂੰ ਦੇਖੋ ਜ਼ਾਤਾਂ ਤੋਂ ਕੱਢਿਆ, ਧਰਮਾਂ ਤੋਂ, ਮਜ਼ਹਬਾਂ ਤੋਂ, ਸਭ ਚੀਜ਼ਾਂ ਤੋਂ ਆਪਾਂ ਨੂੰ ਉੱਤੇ ਚੁੱਕਿਆ। ਸੋ ਆਪਾਂ ਹੋਰ ਕੋਈ ਨਵਾਂ ਫਰਕ ਨਹੀਂ ਬਣਾ ਕੇ ਬਹਿ ਜਾਈਏ। ਆਪਾਂ ਸਾਰੇ ਇੱਕੋ ਜਿਹੇ ਹਾਂ। ਮਾਲਕ ਦੇ ਅੱਗੇ ਸਾਰੇ ਉਹਦੇ ਬੱਚੇ ਹੈ। ਮਾਲਕ ਦੇ ਅੱਗੇ ਕੋਈ ਫਰਕ ਨਹੀਂ ਹੋ ਸਕਦਾ। ਜੇ ਉਹ ਫਰਕ ਕਰੂਗਾ ਫਿਰ ਸਾਡੀ ਭਗਤੀ ਦੇ ਕਾਬਿਲ ਨਹੀਂਗਾ। ਫਰਕ ਅਸੀਂ ਕੀਤਾ ਪਹਿਚਾਨ ਦੇ ਨਾਲ। ਜਿਹਨੇ ਉਹਨੂੰ ਪਹਿਚਾਨ ਲਿਆ ਉਹਨੂੰ ਆਪਾਂ ਗੁਰਮੁਖ ਕਰਾਰ ਕਰ ਦਿੱਤਾ। ਜੋ ਮਨ ਦੇ ਅਧੀਨ ਹੈ ਉਹ ਮਨਮੁਖ ਕਰਾਰ ਕਰ ਦਿੱਤਾ। ਬਸ ਇੰਨਾ ਹੀ ਫਰਕ ਹੈ। ਸੱਚੇ ਪਾਤਸ਼ਾਹ ਜੀ, ਤੁਹਾਡੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਬਹੁਤ ਵਧੀਆ। ਮੈਂ ਫਿਰ ਮੇਰੀ ਕਿਰਪਾ ਤੇ ਆ ਗਿਆ। ਉਹ ਮੇਰੀ ਕੋਈ ਕਿਰਪਾ ਨਹੀਂ ਗੀ ਸਰ, ਕਿਰਪਾ ਤੁਹਾਡੀ ਹੈ, ਤੁਸੀਂ ਮੰਨੋ ਜਾਂ ਨਾ। ਕਬੀਰ ਸਾਹਿਬ ਦੀ ਬਾਣੀ ਹੈ, ਨਾ ਹਮ ਕੀਆ ਨਾ ਕਰ ਸਕੇਂਗੇ ਨਾ ਕਰ ਸਕੇ ਸ਼ਰੀਰ, ਜੋ ਕਿਛ ਕੀਆ ਸੋ ਹਰ ਕੀਆ भयो ਕਬੀਰ। ਕਬੀਰ ਕਰਨ ਵਾਲਾ ਜਾਂ ਮਾਲਿਕ ਹੈ ਜਾਂ ਤੁਸੀਂ ਹੋ। ਉਹ ਮੇਰੀ ਮੋਹਰ ਲੱਗ ਕੇ ਮੈਨੂੰ ਸ਼ਾਬਾਸ਼ੀ ਮਿਲ ਜਾਂਦੀ ਹੈ। ਮੈਂ ਕੀ ਕਰਦਾ? ਕੰਮ ਤਾਂ ਤੁਸੀਂ ਕਰਦੇ ਹੋ ਸਾਰੇ, ਮੇਰੀ ਕੀ ਕਰਨੀ ਹੈ? ਇੱਕ ਬਾਬਾ ਜੀ, ਮੇਰੀ ਪਤਾ ਨਹੀਂ, ਮੈਨੂੰ ਡਾਊਟ ਹੈ ਜਾਂ ਮੇਰੀ ਸ਼ੰਕਾ ਕਹਿ ਲਓ। ਮੈਂ ਜਦੋਂ ਦੇਖਦਾ, ਮੈਨੂੰ ਬਚਪਨ ਦੀ, ਮੈਂ ਆਪਣੀ ਸਾਰੀ ਜਿੰਨੀ ਕਿ ਮੈਨੂੰ ਹਿਸਟਰੀ ਆਪਣੀ ਯਾਦ ਹੈ ਨਾ ਜੀ। ਮੇਰੀ ਇਨ-ਲਾਜ ਫੈਮਿਲੀ ਬਾਅਦ ਦੇ ਵਿੱਚ ਬਣੀ। ਉਸ ਤੋਂ ਪਹਿਲਾਂ ਮੇਰੇ ਨਾਨਕੇ, ਮੇਰੇ ਦਾਦਕੇ ਸਭ ਬਾਬਾ ਜੀ ਤੁਹਾਡੇ ਪਿਆਰ ਦੇ ਨਾਲ, ਤੁਹਾਡੇ ਨਾਲ ਜੁੜੇ ਹੋਏ ਆ। ਔਰ ਮੈਂ ਮੁੱਢ ਤੋਂ ਹੀ ਮਹਿਸੂਸ ਕਰਦਾ ਰਿਹਾ, ਚਾਹੇ ਮੈਂ ਗੁਰਦੁਆਰੇ ਵੀ ਜਾਂਦਾ ਰਿਹਾ, ਸੱਚੇ ਪਾਤਸ਼ਾਹ, ਮੈਨੂੰ ਤੁਹਾਡਾ ਹੀ ਚਿਹਰਾ ਨਜ਼ਰ ਆਉਂਦਾ। ਤੁਹਾਡੇ ਤੋਂ ਇਲਾਵਾ ਕੁਝ ਨਹੀਂ ਨਜ਼ਰ ਆਉਂਦਾ ਸੱਚੇ ਪਾਤਸ਼ਾਹ। ਪਿਆਰ ਹੈ ਨਾ, ਆਪਣੇ ਪਿਆਰ ਦੀ ਭਾਵਨਾ ਹੈ ਬੇਟਾ। ਜਿਹਦੇ ਨਾਲ ਪਿਆਰ ਹੋਵੇ
ਹੁਣ ਆਪਾਂ ਰਿਸ਼ਤੇ ਅਲੱਗ-ਅਲੱਗ ਜੋੜੇ ਹੋਏ ਆ, ਕਿਸੇ ਨੇ ਮਾਂ-ਬਾਪ ਨਾਲ ਜੋੜਿਆ ਹੋਇਆ, ਕਿਸੇ ਨੇ ਆਪਣੇ ਪਤੀ ਦੇ ਨਾਲ, ਕਿਸੇ ਨੇ ਆਪਣੀ ਬੀਵੀ ਦੇ ਨਾਲ। ਜਿਸ ਚੀਜ਼ ਦਾ ਜ਼ਿਆਦਾ ਮਨ ਦੇ ਉੱਤੇ ਪ੍ਰਭਾਵ ਹੋਊਗਾ ਅੱਗੇ ਉਹੀ ਦਿਖਾਈ ਦੇਊਗਾ ਬੇਟਾ। ਬਖਸ਼ ਲਓ ਸੱਚੇ ਪਾਤਸ਼ਾਹ, ਮੈਂ ਇੰਨਾ ਭੁੱਲਣ ਹਾਰਿਆ ਕਿ ਮੈਂ ਇੰਨੀ ਔਕਾਤ ਨਹੀਂ ਮੇਰੀ, ਮੈਨੂੰ ਮੈਂ ਮਹਿਸੂਸ ਨਹੀਂ ਕਰ ਸਕਦਾ। ਅੱਜ ਜੋ ਮੈਨੂੰ ਅੱਜ ਤੁਸੀਂ ਮੌਕਾ ਦਿੱਤਾ, ਮੈਂ ਇਹਦੇ ਏਬਲ ਨਹੀਂ ਹਾਂ ਸਰ, ਮੈਂ ਇਹਦੇ ਏਬਲ ਨਹੀਂ ਹਾਂ। ਉਹ ਇਹ ਕਰੋਨਾ ਦਾ ਖੇਲ ਹੈ ਨਾ। ਉਹ ਭਾਈ ਸਾਹਿਬ ਕਹਿੰਦੇ ਕਰੋਨਾ ਦੂਰ ਹੋ ਜਾਏ, ਜੇ ਦੂਰ ਹੋ ਜਾਂਦੀ ਤਾਂ ਫਿਰ ਇਹ ਮੌਕਾ ਹੀ ਨਹੀਂ ਮਿਲਣਾ ਸੀ ਆਪਾਂ ਨੂੰ। ਹਰੇਕ ਚੀਜ਼ ਦਾ ਦੇਖੋ ਫਾਇਦਾ ਨੁਕਸਾਨ ਹੁੰਦਾ, ਆਪਾਂ ਦੇਖਣਾ ਕਿ ਸਾਨੂੰ ਤਾਂ ਫਾਇਦਾ ਹੋ ਗਿਆ ਨਾ, ਸਵਾਮਵਾਦ ਤਾਂ ਖੁਸ਼ ਹੋਣਾ ਚਾਹੀਦਾ ਹੈਗਾ। ਤੁਸੀਂ ਬਾਬਾ ਜੀ ਕੁੱਲ ਮਾਲਕ ਜੀ, ਇਹਨਾਂ ਸਾਰੇ ਆਫੀਸਰ ਸਾਹਿਬਾਨ ਤੇ ਤੁਹਾਡੀ ਕਿਰਪਾ ਹੈ, ਤੁਸੀਂ ਇਹਨਾਂ ਕੋਲ ਇੰਨੀ ਵਧੀਆ ਸੇਵਾ ਲੈ ਰਹੇ ਜੀ, ਸਾਰੀ ਸੰਗਤ ਕੋਲੋਂ ਸੇਵਾ ਲੈ ਰਹੇ ਜੀ। ਔਰ ਮੈਂ ਇਹ ਚਾਹੁੰਦਾ ਕਿ ਬਾਬਾ ਜੀ ਤੁਸੀਂ ਆਪ ਵੀ ਖੁਦ ਆਪਣੀ ਸਿਹਤ ਦਾ ਧਿਆਨ ਰੱਖੋ। ਅਸੀਂ ਤੁਹਾਡੇ ਉਹ ਮੇਰੀ ਸਿਹਤ ਨੂੰ ਕੀ ਹੋਇਆ, ਸੱਚੇ ਕੀ ਹੈ ਮੇਰੀ ਸਿਹਤ ਨੂੰ ਦੱਸ। ਬਖਸ਼ ਲਓ ਸੱਚੇ ਪਾਤਸ਼ਾਹ ਜੀ, ਇਸੇ ਤਰ੍ਹਾਂ ਸੰਗਤ ਤੇ ਪੂਰੀ ਸੰਗਤ ਤੇ ਕਾਇਨਾਤ ਤੇ ਪੂਰੀ ਦੁਨੀਆ ਦਇਆ ਮਿਹਰ ਬਣਾਈ ਰੱਖਣੇ ਸੱਚੇ ਪਾਤਸ਼ਾਹ। ਰਾਧਾ ਸੱਚੇ